ਇੰਡੀਆ KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਤ ਵੱਲੋਂ ਸਤਿ ਸ਼੍ਰੀ ਅਕਾਲ। 30 ਜੂਨ 2022 ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ KRPA 1110 AM ਤੇ। स्टूडियो का नंबर है 6045929191 604 592 9191। प्रोग्राम च स्वागत करते हैं डॉक्टर शिंदर पुरेवाल जी का। डॉक्टर साहब प्रोग्राम च तुहाडा स्वागत है जी। गुड मॉर्निंग। गुड मॉर्निंग डॉक्टर साहब, अज आपां गलबात का सिलसिला शुरू करना। एक ना अपॉलोजी कमेटी आ, लिबरल्स ने वो 22 मैंबरी कमेटी बनाई हुई आ, नैशनल अपॉलोजी एडवाइजरी कमेटी। ਇਹਦਾ ਇਹ कह लो स्पॉटलाइट ਦੇ ਵਿੱਚ ਉਦੋਂ ਆ ਗਈ ਜਦੋਂ डिफेंस मिनिस्टर अनीता आनंद ने ट्वीट ਕੀਤਾ ਕਿ ਉਹ ਉਹਨਾਂ ਦੇ ਨਾਲ ਗੱਲਬਾਤ ਕਰਕੇ ਆਏ ਨੇ, ਜਿਹੜੀ ਉਹਨਾਂ ਨੇ ਨੋਵਾ ਸਕੋਸ਼ੀਆ ਦੇ ਵਿੱਚ ਹੁਣ ਮਾਫੀ ਮੰਗਣੀ ਹੈਗੀ ਜੁਲਾਈ 9 ਨੂੰ। ਪਰ ਜੇ ਦੇਖਿਆ ਜਾਵੇ ਆਪਾਂ ਲਿਬਰਲਸ ਨੂੰ ਦੇਖਦੇ ਆ ਤਾਂ ਇਹਨਾਂ ਦਾ ਮਾਫੀ ਮੰਗਣ ਦੇ ਨਾਲ ਕਾਫੀ ਜ਼ਿਆਦਾ ਗਹਿਰਾ ਰਿਸ਼ਤਾ, ਕਿਉਂਕਿ ਹਰ ਗੱਲ ਤੇ ਇਹਨਾਂ ਨੇ ਮਾਫੀਆਂ ਮੰਗੀਆਂ ਨੇ। ਤੇ ਜਦੋਂ ਕਹਿੰਦੇ ਆ ਕਿ ਬਾਰ-ਬਾਰ ਤੁਸੀਂ ਉਸ ਚੀਜ਼ ਨੂੰ ਰਿਪੀਟ ਕਰਦੇ ਹੋ ਤਾਂ ਉਹਦੀ ਜਿਹੜੀ ਇੰਪੋਰਟੈਂਸ ਹੈਗੀ ਆ ਫਿਰ ਉਹ ਘਟ ਜਾਂਦੀ ਆ, ਫਿਰ ਉਹ ਉਨੀ ਸੀਰੀਅਸਨੈਸ ਰਹਿੰਦੀ ਨਹੀਂ ਹੈਗੀ। ਹੁਣ ਤੁਸੀਂ ਡਿਟੇਲ ਦੇ ਵਿੱਚ ਦੱਸੋ, ਕਿਉਂਕਿ ਇਹਦੇ ਬਾਰੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਚਰਚਾ ਹੋਈ, ਕਾਫੀ ਜ਼ਿਆਦਾ ਮਜ਼ਾਕ ਵੀ ਉਡਾਇਆ ਗਿਆ ਕਿ ਲਿਬਰਲਸ ਨੇ ਤਾਂ ਕਮੇਟੀਆਂ ਬਣਾਈਆਂ ਹੋਈਆਂ ਨੇ ਮਾਫੀ ਮੰਗਣ ਦੇ ਲਈ ਵੀ, ਜਿਹੜੀਆਂ ਸਟੱਡੀ ਕਰਦੀਆਂ ਨੇ। ਹੁਣ ਤੁਸੀਂ ਦੱਸੋ ਕਿ ਤੁਸੀਂ ਕੀ ਸੋਚਦੇ ਹੋ ਇਸ ਨੈਸ਼ਨਲ ਅਪੋਲੋਜੀ ਐਡਵਾਈਜ਼ਰੀ ਕਮੇਟੀ ਬਾਰੇ। ਨੈਸ਼ਨਲ ਕਮੇਟੀ ਜਿਹੜੀ ਇਹਨਾਂ ਨੇ ਬਣਾਈ ਹੈ ਅਪੋਲੋਜੀ ਲਈ, ਉਹਦਾ ਸਾਨੂੰ ਪਤਾ ਨਹੀਂ ਸੀ ਲੱਗਣਾ। ਵੈਸੇ ਅਨੀਤਾ ਆਨੰਦ ਨੇ ਉਦਾਂ ਹੀ ਕਹਿਤਾ ਕਿਸੇ ਨੂੰ ਟਵੀਟ ਕਰਕੇ ਕਿ ਮੈਂ ਹਲੇ ਇਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਤੋਂ ਆਈ ਹਾਂ। ਹਾਂਜੀ। ਫਿਰ ਉਹਦਾ ਕਰਕੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਨੈਸ਼ਨਲ ਕਮੇਟੀ ਔਨ ਅਪੋਲੋਜੀਜ਼ ਹੈਗੀ ਸਾਡੇ ਕੋਲ, ਜਿਹਦੇ 22 ਮੈਂਬਰਸ ਆ। 22 ਮੈਂਬਰ ਹੈ। ਇਹ ਅਪੋਲੋਜੀ ਦਾ ਪਹਿਲਾਂ ਤਾਂ ਦੇਖਦੇ ਕਿ ਬਿਜ਼ਨਸ ਕਦੋਂ ਸ਼ੁਰੂ ਹੋਇਆ। ਇਹ ਬਿਜ਼ਨਸ ਹੀ ਸਮਝੋ ਤੁਸੀਂ। ਹਾਂਜੀ ਹਾਂਜੀ। ਸਾਡੇ ਸਭ ਤੋਂ ਜਸਟਨ ਟਰੂਡੋ ਦੇ ਫਾਦਰ ਜਿਹੜੇ ਪੀਅਰ ਐਲਰਟ ਟਰੂਡੋ ਸੀ, ਉਹਨਾਂ ਤੇ ਪ੍ਰੈਸ਼ਰ ਪਹਿਲਾਂ ਪਾਇਆ ਸੀ ਜੈਪਨੀਜ਼ ਕੈਨੇਡੀਅਨਸ ਨੇ ਤੇ ਜੈਪਨੀਜ਼ ਗੌਰਮੈਂਟ ਨੇ। ਪਾਉਣ ਦੀ ਉਦੋਂ ਬੜੀ ਵੱਡੀ ਤਾਕਤ ਸੀ, ਇਕਨੋਮਿਕਲ ਤਾਕਤ। ਇਹ ਕਹਿੰਦੇ ਸੀ ਕਿ ਤੁਸੀਂ ਵਰਲਡ ਵਾਰ 2 ਦੇ ਵਿੱਚ ਜੈਪਨੀਜ਼ ਕੈਨੇਡੀਅਨਸ ਨੂੰ ਉਹਨਾਂ ਨੂੰ ਕਨਸੈਂਟਰੇਸ਼ਨ ਕੈਂਪਾਂ ਦੇ ਵਿੱਚ ਪਾਤਾ, ਉਹਨਾਂ ਦੀ ਪ੍ਰਾਪਰਟੀ ਖੋਈ। ਇਸ ਗੱਲ ਦੀ ਤੁਸੀਂ ਸਰਕਾਰੀ ਤੌਰ ਤੇ ਮਾਫੀ ਮੰਗੋ। ਤੇ ਉਹ ਪੀਅਰ ਐਲੀਅਟ ਟਰੂਡੋ ਨੇ ਇਹ ਕਿਹਾ ਕਿ ਦੇਖੋ ਮੈਂ ਤਾਂ ਉਦੋਂ ਸਰਕਾਰ ਦੇ ਵਿੱਚ ਨਹੀਂ ਸੀ, ਪਹਿਲੀ ਗੱਲ। ਦੂਸਰੀ ਗੱਲ, ਅਪੋਲੋਜੀ ਕਰਨਾ ਕੁਛ ਨਹੀਂ ਮਿਲਦਾ ਤੁਹਾਨੂੰ। ਜੇ ਤੁਸੀਂ ਉੱਥੇ ਇਹ ਘੱਟ ਗਿਣਤੀ ਦੇ ਨਾਲ ਧੱਕਾ ਹੋਇਆ ਉਸ ਵੇਲੇ ਸਾਡੇ ਕੋਲ ਸੰਵਿਧਾਨ ਦੇ ਵਿੱਚ ਫੰਡਾਮੈਂਟਲ ਰਾਈਟਸ ਹੈ ਨਹੀਂ ਸੀ। ਜੇ ਉਹਨਾਂ ਦੇ ਕੋਲ ਸਾਡੇ ਕੋਲ ਹੁੰਦੇ, ਉਹ ਉਸ ਵੇਲੇ ਕੋਰਟ ਦੇ ਵਿੱਚ ਜਾ ਸਕਦੇ ਸੀ। ਹੁਣ ਮੈਂ ਕੀ ਕੀਤਾ, ਮੈਂ ਫੰਡਾਮੈਂਟਲ ਰਾਈਟਸ ਨੂੰ ਸੰਵਿਧਾਨ ਦੇ ਵਿੱਚ ਪਾ ਦਿੱਤਾ ਔਰ ਸੰਵਿਧਾਨ ਦੇ ਵਿੱਚ ਇਹ ਵੀ ਲਿਖ ਦਿੱਤਾ ਉਹਨਾਂ ਦੇ ਰਾਈਟ ਦੇ ਵਿੱਚ ਕਿ ਕੈਨੇਡਾ ਇੱਕ ਮਲਟੀਕਲਚਰਲ ਦੇਸ਼ ਹੈ। ਸੋ ਹੁਣ ਜੇ ਕੋਈ ਕਿਸੇ ਦੇ ਨਾਲ ਧੱਕਾ ਹੁੰਦਾ ਆ ਤੇ ਉਹ ਜਾ ਕੇ ਕੋਰਟ ਦੇ ਵਿੱਚ ਦਰਵਾਜ਼ਾ ਖੜਕਾ ਸਕਦਾ ਕਿ ਮੇਰੇ ਨਾਲ ਧੱਕਾ ਹੋ ਰਿਹਾ, ਜਿਹੜਾ ਕਿ ਜਾਂਦੇ ਵੀ ਅਸੀਂ। ਪਹਿਲਾਂ ਸਾਡੇ RCMP ਦੇ ਆਫਿਸਰ ਨੂੰ ਕਿਸੇ ਨੂੰ ਕਿਹਾ ਸੀ ਕਿ ਤੂੰ ਪੱਗ ਨਹੀਂ ਬੰਨ੍ਹ ਸਕਦਾ, ਉਹਨੇ ਜਾ ਕੇ ਕੋਰਟ ਦਾ ਦਰਵਾਜ਼ਾ ਖੜਕਾਇਆ। ਦੇਖੋ ਮੈਨੂੰ ਸੰਵਿਧਾਨਕ ਰਾਈਟ ਹੈ ਕਿ ਮੈਂ ਤਾਂ RCMP ਸਰਵ ਕਰਨਾ ਚਾਹੁੰਦਾ, ਇਹਦੇ ਵਿੱਚ ਮੇਰੇ ਸਿਰ ਤੇ ਪੱਗ ਬੰਨ੍ਹੀ ਆ ਜਾਂ ਮੈਂ ਟੋਪੀ ਲਵਾਂ, ਇਹਦਾ ਕੀ ਮਤਲਬ ਹੈ। ਫਿਰ ਸੁਪਰੀਮ ਕੋਰਟ ਤਾਈਂ ਉਹ ਕੇਸ ਗਿਆ ਜਿਹਦੇ ਵਿੱਚ ਉਹ ਸਹਿਮਤ ਹੋਏ ਸਾਰੇ ਕਿ ਵਾਕਿਆ ਹੀ ਇਹਨੂੰ ਆਪਣਾ ਰਾਈਟ ਹੈ, ਇਹਦੇ ਸਿਰ ਤੇ ਇਹਨੇ ਪੱਗ ਰੱਖੀ ਆ, ਪੱਗ ਰੱਖਣ ਦਾ ਤੁਹਾਨੂੰ ਪੂਰਾ ਅਧਿਕਾਰ ਹੈ। ਸੋ ਉਹਨਾਂ ਨੇ ਤਾਂ ਅਪੋਲੋਜੀ ਨਹੀਂ ਮੰਗੀ। ਪਰ ਉਸ ਤੋਂ ਬਾਅਦ ਬ੍ਰਾਇਨ ਮਰੂਨੀ ਨੇ ਪ੍ਰੈਸ਼ਰ ਦੇ ਥੱਲੇ ਆਏ ਥੋੜ੍ਹੇ ਜਿਹੇ। ਇਹਨਾਂ ਨੇ ਦੋ ਗੱਲਾਂ ਕੀਤੀਆਂ। ਇੱਕ, ਸਭ ਤੋਂ ਪਹਿਲਾਂ 1988 ਚ ਕੈਨੇਡਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਮਾਫੀ ਮੰਗੀ ਗਈ, ਉਹ ਸੀਗੀ ਜੈਪਨੀਜ਼ ਕੈਨੇਡੀਅਨ ਤੋਂ। ਉਹਦੇ ਨਾਲ ਇੱਕ ਤਾਂ ਅਪੋਲੋਜੀ ਮੰਗੀ ਤੇ ਦੂਸਰਾ ਹੁਣ ਜਿਹੜੇ ਬੰਦਿਆਂ ਤੋਂ ਪ੍ਰਾਪਰਟੀ ਖੋਈ ਉਹ ਤਾਂ ਮਰ ਮੁਰ ਗਏ ਕਿਤੇ, ਉਹਨਾਂ 'ਚ ਤਾਂ ਕੋਈ ਰਹੇ ਨਹੀਂ। ਉਹਨਾਂ ਕੁਛ ਕੁ ਬੰਦੇ ਸੀਗੇ ਜਿਹੜੇ ਅਜੇ ਵੀ ਜਿੰਦਾ ਸੀ,
बिल्कुल अखीर दे विच आखिरी उम्र दे विच उन्हां दा बनदा भी सी कि उन्हां नूं फाइनैंशियल कंपनसेशन दिओ, पैसे दिओ थोड़े जिहे ਜਿਹੜੇ ਤੁਸੀਂ ਜਿੱਦਾਂ ਉਹਨਾਂ ਦੇ ਬਿਜ਼ਨਸ ਖੋਲ੍ਹ ਹੈ, ਉਹਨਾਂ ਦੇ ਘਰ ਖੋਲ੍ਹ ਹੈ, ਤੁਸੀਂ ਕੌਨਸਨਟ੍ਰੇਸ਼ਨ ਕੈਂਪਾਂ 'ਚ ਪਾਤੇ ਆ ਤਾਂ ਉਹਨਾਂ ਨੂੰ ਘਾਟਾ ਪਿਆ। ਸੋ ਦੋ ਗੱਲਾਂ ਹੋ ਗਈਆਂ ਇਸ ਅਪੋਲੋਜੀ ਦੇ ਨਾਲ। ਪ੍ਰੈਸੀਡੈਂਟ ਸੈੱਟ ਹੋ ਗਿਆ, ਪ੍ਰੈਸੀਡੈਂਟ ਇਹ ਸੈੱਟ ਹੋ ਗਿਆ ਕਿ ਅਪੋਲੋਜੀ ਵੀ ਹੋਊਗੀ ਤੇ ਨਾਲ ਪੈਸੇ ਵੀ ਦਿੱਤੇ ਜਾਵੇ, ਫਾਈਨੈਂਸ਼ੀਅਲ ਕੰਪਨਸੇਸ਼ਨ ਵੀ ਹੋਊਗਾ। ਉਸ ਤੋਂ ਬਾਅਦ ਉਹਨਾਂ ਨੇ 1988 ਤੋਂ ਲੈ ਕੇ 2014 ਤਾਈਂ ਵੱਖ-ਵੱਖ ਕਮਿਊਨਿਟੀ ਦੇ ਕੋਲੋਂ ਕੋਈ 5 ਵਾਰ ਮਾਫੀ ਮੰਗੀ ਹੈ ਵੱਖ-ਵੱਖ ਪ੍ਰਾਈਮ ਮਿਨਿਸਟਰਸ ਨੇ। ਜਦੋਂ ਦੇ ਜਸਟਿਨ ਟਰੂਡੋ ਆਏ ਆ, ਦੇਖੋ ਇਹਨਾਂ ਦਾ ਬਾਪ ਜਿਹੜਾ ਇਹਨਾਂ ਦੇ ਪਿਓ ਕਹਿ ਰਿਹਾ ਸੀ ਕਿ ਮੈਂ ਨਹੀਂ ਮਾਫੀ ਮੰਗਣੀ, ਮੈਂ ਆਪਣੇ ਸੰਵਿਧਾਨ ਦੇ ਵਿੱਚ ਫੰਡਾਮੈਂਟਲ ਰਾਈਟਸ ਪਾਤੇ ਲੋਕਾਂ ਦੇ, ਹਾਂਜੀ ਉਹ ਜਾ ਕੇ ਦਰਵਾਜ਼ਾ ਖਟਕਾ ਸਕਦੇ। ਇਹਦਾ ਮਤਲਬ ਕੁਝ ਨਹੀਂ ਹੁੰਦਾ, ਅਪੋਲੋਜੀ ਦਾ ਮਤਲਬ ਕੁਝ ਨਹੀਂ ਹੈ। ਤੁਸੀਂ ਰੋਜ਼ ਹੀ ਕਿਸੇ ਨੂੰ ਕੁੱਟ ਕੇ ਆ ਜਾਓ, ਸਵੇਰ ਨੂੰ ਜਾ ਕੇ ਕਹੋ ਹਾਂ ਠੀਕ ਹੈ ਮੈਂ ਯਾਰ ਮਾਫੀ ਮੰਗਦਾ ਤੇ ਤੋਂ, ਉਹਨੂੰ ਸ਼ਾਮ ਨੂੰ ਫੇਰ ਕੁੱਟਿਆ ਜਾ ਕੇ, ਦੂਜੇ ਦਿਨ ਸਵੇਰ ਨੂੰ ਫੇਰ ਉਹੀ ਕੰਮ ਕਰਨਾ। ਉਹ ਕਹਿੰਦੇ ਸੀ ਵੀ ਉਹ ਸੰਸਥਾ ਬਣਾਤੀ ਅਸੀਂ ਕਿ ਇਹ ਮੁੜ ਕੇ ਨਹੀਂ ਹੋਣ ਦਿੰਦੇ। ਇਹ ਅਪੋਲੋਜੀ ਅਸਲੀ ਹੁੰਦੀ ਹੈ। ਅਪੋਲੋਜੀ ਇਹ ਨਹੀਂ ਹੁੰਦੀ ਕਿ ਤੁਸੀਂ ਐਵੇਂ ਝੂਠੀ ਮੂਠੀ ਦੇ ਥਰੂ ਕੇਰੀ ਜਾਓ, ਤਾਂ ਉਹਦਾ ਮਤਲਬ ਕੁਝ ਨਹੀਂ ਹੈ। ਜਸਟਿਨ ਟਰੂਡੋ ਨੇ ਰੈਕਡ ਰੱਖ ਦਿੱਤਾ, ਤਕਰੀਬਨ ਹਰ ਸਾਲ ਦੇ ਵਿੱਚ ਇੱਕ ਅਪੋਲੋਜੀ ਕਰਦੇ ਆ। ਹਾਂਜੀ ਹੁਣ ਤਾਂ ਇਹ 7 ਮੰਗ ਚੁੱਕੇ ਆ ਤੇ 8ਵੀਂ ਇਹਨਾਂ ਨੇ 9 ਜੁਲਾਈ ਨੂੰ ਮੰਗਣੀ ਹੈ। ਹਾਂਜੀ ਤੇ 28 ਸਾਲ ਹੋਏ ਆ ਜੇ ਇਹਨਾਂ ਨੂੰ ਪਾਵਰ ਦੇ ਵਿੱਚ ਜੀ। 2014 ਚ ਆਏ ਨਾ। ਹਾਂਜੀ 8 ਸਾਲਾਂ ਵਿੱਚ 8 ਮਾਫੀਆਂ ਤੇ ਹੁਣ ਜਿਹੜੀ ਇਸ ਮਾਫੀ ਦੀ ਗੱਲ ਕਰਦੇ ਆ ਇਹ ਹੈਗੀ ਬਲੈਕ ਬਟਾਲੀਅਨ ਦੀ। 1916 ਦੇ ਵਿੱਚ ਵਰਲਡ ਵਾਰ 1 ਦੇ ਵਿੱਚ ਇੱਕ ਪਾਸੇ ਤਾਂ ਸਰਕਾਰ ਸਾਡੇ ਡਰਾਫਟ ਲਾ ਰਹੀ ਸੀ, ਜਿਹਦਾ ਕਿ ਫ੍ਰੈਂਚ ਕੈਨੇਡੀਅਨ ਨੇ ਬਹੁਤ ਵਿਰੋਧ ਕੀਤਾ ਕਿ ਤੁਸੀਂ ਚਾਹੁੰਦੇ ਆ ਚਾਹੇ ਨਹੀਂ ਚਾਹੁੰਦੇ ਤੁਹਾਨੂੰ ਆਰਮੀ 'ਚ ਭਰਤੀ ਹੋਣਾ ਹੀ ਪੈਣਾ, ਇਹ ਡਰਾਫਟ ਹੁੰਦਾ। ਦੂਜੇ ਪਾਸੇ ਜਿਹੜੇ ਬਲੈਕ ਕੈਨੇਡੀਅਨ ਸੀ ਉਸ ਵੇਲੇ ਉਹ ਰਿਕਰੂਟਿੰਗ ਆਫਿਸਰ ਦੇ ਕੋਲ ਜਾਂਦੇ ਸੀ ਵੀ ਸਾਨੂੰ ਵੀ ਰੱਖੋ ਫੌਜ ਦੇ ਵਿੱਚ, ਉਹਨਾਂ ਨੂੰ ਕੋਈ ਰੱਖਦਾ ਨਹੀਂ ਸੀ। ਬਲੈਕ ਕੈਨੇਡੀਅਨਸ ਨੂੰ ਉਦੋਂ ਹੀ ਮੋੜ ਦਿੰਦੇ ਸੀ ਵੀ ਅਸੀਂ ਤੁਹਾਨੂੰ ਆਰਮੀ ਦੇ ਵਿੱਚ ਨਹੀਂ ਰੱਖਣਾ। ਫਿਰ ਇੱਕ ਕਿਸੇ ਨੇ ਸੁਜੈਸਸ਼ਨ ਦਿੱਤੀ ਉਸ ਵੇਲੇ ਦੇ ਡਿਫੈਂਸ ਮਿਨਿਸਟਰ ਹਿਊ ਨੂੰ ਕਿ ਇਹਨਾਂ ਦੀ ਵੱਖਰੀ ਕੰਪਨੀ ਬਣਾਤੀ ਜਾਵੇ ਤਾਂ ਇੱਕ ਕੰਪਨੀ ਦੇ ਤੌਰ ਤੇ ਕਿਸੇ ਬਟਾਲੀਅਨ ਦੇ ਵਿੱਚ ਐਡਜਸਟ ਕਰੋ। ਉਹਨਾਂ ਨੇ ਕਹਿਤਾ ਕਿ ਡਿਫੈਂਸ ਦੇ ਵਿੱਚ ਅਸੀਂ ਇੰਟਰਵੀਨ ਨਹੀਂ ਕਰਦੇ, ਜੇ ਤੁਸੀਂ ਕੰਪਨੀ ਬਣਾਉਣੀ ਵੀ ਆ ਬਲੈਕ ਸੋਲਜਰਸ ਦੀ ਤੇ ਇਹ ਕਮਾਂਡਿੰਗ ਆਫਿਸਰ ਤੇ ਡਿਪੈਂਡ ਕਰਦਾ ਕਿ ਉਹਨੇ ਕਿਸੇ ਆਪਣੀ ਬਟਾਲੀਅਨ ਦੇ ਵਿੱਚ ਰੱਖਣੀ ਜਾਂ ਨਹੀਂ ਰੱਖਣੀ। ਇੱਕ ਬਟਾਲੀਅਨ ਦੇ ਵਿੱਚ ਤਕਰੀਬਨ 4 ਕੰਪਨੀਆਂ ਹੁੰਦੀਆਂ ਤੇ ਇੱਕ ਕੰਪਨੀ ਦੇ ਵਿੱਚ ਕੋਈ ਤਕਰੀਬਨ 4 ਪਲੈਟੂਨਸ ਹੁੰਦੀਆਂ। ਸੋ ਉਹਨਾਂ ਨੇ ਕਿਸੇ ਵੀ ਅਫਸਰ ਨੇ ਵਰਲਡ ਵਾਰ 1 ਦੇ ਵਿੱਚ ਇਹ ਨਹੀਂ ਕਿਹਾ ਕਿ ਅਸੀਂ ਵੀ ਬਲੈਕ ਸੋਲਜਰਸ ਦੀ ਕੰਪਨੀ ਰੱਖ ਲਵਾਂਗੇ। ਫਿਰ ਇਹਨਾਂ ਨੇ ਕੀ ਕੀਤਾ ਕਿ ਇੱਕ ਬਲੈਕ ਸੋਲਜਰਸ ਦੀ ਵੱਖਰੀ ਬਟਾਲੀਅਨ ਬਣਾਤੀ, ਉਹਨੂੰ ਕਹਿੰਦੇ ਆ ਬਲੈਕ ਬਟਾਲੀਅਨ ਜਾਂ ਉਹਨੂੰ ਕੰਸਟਰਕਸ਼ਨ ਬਟਾਲੀਅਨ ਕਹਿੰਦੇ ਆ। ਹਾਂਜੀ ਇਹ ਸੀਗੀ ਕਿ ਇਹਨਾਂ ਨੇ ਡਾਇਰੈਕਟਲੀ ਰੋਲ ਨਹੀਂ ਸੀ ਕਿ ਲੜਾਈ ਦੇ ਵਿੱਚ, ਪਰ ਕੋਈ ਰੋਡਸ ਬਣਾਉਣੀਆਂ, ਕੋਈ ਬ੍ਰਿਜਸ ਬਣਾਉਣੇ, ਇਦਾਂ ਦਾ ਕੰਮ ਕਰਨ ਲਈ ਨਾ ਕੰਸਟਰਕਸ਼ਨ ਦਾ, ਉਹਦੇ ਵਿੱਚ ਬਲੈਕ ਸੋਲਜਰਸ ਭਰਤੀ ਕਰਨੇ ਸ਼ੁਰੂ ਕੀਤੇ। ਤਾਂ ਉਹ ਕਹਿੰਦੇ ਵੀ ਉਹਦੇ ਵਿੱਚ ਵੀ ਸਾਡੇ ਨਾਲ ਇੰਨਾ ਵਿਤਕਰਾ ਕਰਦੇ ਸੀ, ਸਾਨੂੰ ਮੈਸ ਦੇ ਵਿੱਚ ਖਾਣ ਨਹੀਂ ਸੀ ਦਿੰਦੇ, ਸਾਨੂੰ ਉੱਥੇ ਜੇ ਬਾਕੀ ਦੀਆਂ ਬਟਾਲੀਅਨ ਨਾਲ ਹੁੰਦੀਆਂ ਸੀ ਉਹਨਾਂ ਤੋਂ ਜੁਦਾ ਰੱਖਦੇ ਹੁੰਦੇ ਸੀ, ਸੈਗਰੇਟ ਕਰਕੇ ਰੱਖਦੇ। ਤਾਂ ਉਹ ਮਸਲਾ ਅਜੇ ਤਾਈਂ ਚੱਲਦਾ ਆ ਰਿਹਾ, ਕੋਈ 6 ਸਾਲ ਹੋ ਗਏ। ਹਾਂਜੀ 1916 ਦੀ ਗੱਲ ਹੈ ਜਦੋਂ ਬਟਾਲੀਅਨ ਬਣੀ ਹੈ। ਤਾਂ ਉਦੋਂ ਦੀ ਮੰਗ, ਹੁਣ ਜਦੋਂ ਪਤਾ ਲੱਗਾ ਨਾ ਪੈਸੇ ਵੀ ਮਿਲਦੇ ਆ ਨਾਲ, ਤੇ ਫਿਰ ਬਹੁਤ ਕਮਿਊਨਿਟੀਜ਼ ਇਦਾਂ ਦੀਆਂ। ਸਾਡੀ ਕਮਿਊਨਿਟੀ ਸਾਡੇ ਲੋਕੀ ਸੋਚਦੇ ਕਿ ਸਾਡੀ ਕਮਿਊਨਿਟੀ 'ਚ ਇਕੱਲੇ ਪੈਸੇ ਖਾਣ ਵਾਲੇ ਆ, ਪੈਸੇ ਖਾਣ ਵਾਲੇ ਸਾਰੀਆਂ ਕਮਿਊਨਿਟੀ 'ਚ ਜੀ, ਇਹਦੇ ਵਿੱਚ ਬਰਾਬਰ ਦਾ ਅਧਿਕਾਰ ਆ ਸਭ ਨੂੰ। ਹਾਂਜੀ ਤੇ ਉਹਨਾਂ ਦੇ ਵਿੱਚੋਂ ਹੁਣ ਬਲੈਕ ਕੈਨੇਡੀਅਨਸ ਦੇ ਵਿੱਚੋਂ ਮੰਗ ਕਰ ਰਹੇ ਆ ਕਿ ਉਸ ਬਟਾਲੀਅਨ ਦੀ, ਬਲੈਕ ਬਟਾਲੀਅਨ ਜਾਂ ਕੰਸਟਰਕਸ਼ਨ ਬਟਾਲੀਅਨ ਜਿਹਨੂੰ ਕਿਹਾ ਜਾਂਦਾ, ਉਹਦੀ ਅਪੋਲੋਜੀ ਕਰੋ। ਤੇ ਇਹ ਹੁਣ ਗੱਲ ਆ ਗਈ, ਅਨੀਤਾ ਆਨੰਦ ਨੇ ਕਹਿਤਾ ਵੀ ਮੈਂ ਨੈਸ਼ਨਲ ਐਡਵਾਈਜ਼ਰੀ ਕਮੇਟੀ ਜਿਹੜੀ ਅਪੋਲੋਜੀ ਤੇ ਉਹਦੀ ਮੀਟਿੰਗ ਕਰਕੇ ਆਈ ਹਾਂ।
ਤੇ ਹੁਣ ਨੱਠ ਭੱਜ ਪੈ ਗਈ ਜਦੋਂ ਸੋਸ਼ਲ ਮੀਡੀਆ ਤੇ ਗੱਲ ਚੱਲ ਪਈ ਕਿ ਇਹਨਾਂ ਨੇ ਤਾਂ ਕਮੇਟੀ ਬਣਾਈ ਹੈ 22 ਮੈਂਬਰ ਬਣਾਏ ਉਹ ਹਾਂਜੀ ਫਿਰ ਉਹਨਾਂ ਨੇ ਡਿਫੈਂਸ ਮਿਨਿਸਟਰੀ ਨੇ ਇੱਕ ਸਟੇਟਮੈਂਟ ਦਿੱਤੀ ਕਿ ਨਹੀਂ ਇਹ ਕੱਲੀ ਸਿਰਫ ਤੇ ਸਿਰਫ ਬਲੈਕ ਬਟਾਲੀਅਨ ਲਈ ਬਣਾਈ ਸੀ ਹਾਂਜੀ ਕਹਿੰਦੇ ਉਹ ਉਸ ਅਪੋਲੋਜੀ ਦੀ ਜਿਹੜੀ ਅਗਲੇ ਮਹੀਨੇ ਆ ਰਹੀ ਆ ਤੇ ਉਹ ਇਹ ਬਾਕੀ ਬਟਾਲੀਅਨ ਅਪੋਲੋਜੀਜ਼ ਦੀ ਨਹੀਂ ਗੱਲ ਕਰਦੇ ਪਰ ਇਹ ਅਪੋਲੋਜੀ ਦਾ ਵੈਸੇ ਬਿਜ਼ਨਸ ਬਣ ਚੁੱਕਾ ਖਾਸ ਤੌਰ ਤੇ ਜਸਟਿਨ ਟਰੂਡੋ ਲਈ ਜੀ ਵੈਸੇ ਵੀ ਡਾਕਟਰ ਸਾਹਿਬ ਜਿਵੇਂ ਇਹਨਾਂ ਨੇ ਤਾਂ ਇੱਥੇ ਆਪਣੀ ਕਲੈਰੀਫਿਕੇਸ਼ਨ ਦਿੱਤੀ ਕਿ ਇਹਦੇ ਲਈ ਬਣਾਈ ਆ ਪਰ ਜਰਨਲਿਸਟ ਨੇ ਵੀ ਤਾਂ ਡਿਗ ਆਊਟ ਕੀਤਾ ਫਿਰ ਉਹਨਾਂ ਨੇ ਸਾਹਮਣੇ ਲਿਆ ਕੇ ਦੱਸਿਆ ਕਿ 2017 ਦੇ ਵਿੱਚ ਵੀ ਇਹਨਾਂ ਨੇ ਇੱਕ 11 ਮੈਂਬਰੀ ਕਮੇਟੀ ਬਣਾਈ ਸੀ ਅਪੋਲੋਜੀ ਦੇ ਲਈ ਜਿਨ੍ਹਾਂ ਨੇ ਮਾਫੀ ਮੰਗਣੀ ਸੀ ਜਦੋਂ LGBT ਭਾਈਚਾਰੇ ਤੋਂ ਤੇ ਸਮੇਂ ਦੇ ਉੱਪਰ ਇਹਨਾਂ ਨੇ ਹੋਰ ਵੀ ਇਦਾਂ ਬਣਾਈਆਂ ਸੀ ਪਰ ਹਾਂ ਸਪੌਟਲਾਈਟ ਦੇ ਵਿੱਚ ਇਹ ਆਈ ਆ ਸਿਰਫ ਅਨੀਤਾ ਆਨੰਦ ਦੇ ਉਸ ਟਵੀਟ ਤੋਂ ਬਾਅਦ ਉਹਨਾਂ ਨੇ ਮੇਰਾ ਖਿਆਲ ਸੋਚਿਆ ਨਹੀਂ ਹੋਣਾ ਵੀ ਸ਼ਾਇਦ ਲੋਕਾਂ ਨੂੰ ਪਤਾ ਹੀ ਨਹੀਂ ਇਹ ਉਹਨਾਂ ਨੇ ਵੈਸੇ ਹੀ ਕਰਤਾ ਕਿ ਮੈਂ ਤਾਂ ਹੁਣੇ ਹਾਲੇ ਕਮੇਟੀ ਦੀ ਮੀਟਿੰਗ ਤੋਂ ਗੱਲਬਾਤ ਕਰਕੇ ਆਈ ਹਾਂਜੀ ਤਾਂ ਉਹਦੇ ਨਾਲ ਪੰਡੋਰਾਜ਼ ਬਾਕਸ ਕਹਿੰਦੇ ਹੁੰਦੇ ਖੁੱਲ ਗਿਆ ਹਾਂਜੀ ਤਾਂ ਪੰਡੋਰਾਜ਼ ਬਾਕਸ ਐਸਾ ਖੁੱਲਿਆ ਕਿ ਜ਼ਿਆਦਾ ਚਰਚਾ ਸ਼ੁਰੂ ਹੋ ਗਈ ਹਾਂਜੀ ਹੁਣ ਇਸ਼ੂ ਹੈਗੀ ਆ ਕਿ ਜੇ ਤੁਸੀਂ ਉਸ ਵੇਲੇ ਕੰਮ ਨਹੀਂ ਕੀਤਾ ਤੁਸੀਂ ਅਪੋਲੋਜੀ ਕਾਹਨੂੰ ਕਰਨੀ ਹੈ ਇੱਥੇ ਕੈਨੇਡਾ ਦੇ ਵਿੱਚ ਜੇ ਤੁਸੀਂ ਸੋਚਿਆ ਤਕਰੀਬਨ ਜਿਹੜੇ ਬ੍ਰਿਟਿਸ਼ ਅਰਿਸਟੋਕ੍ਰੇਸੀ ਆ ਜਿਹੜੀ ਇੱਥੇ ਪਹਿਲਾਂ ਆਈ ਸੀ ਮੇਲ ਅਰਿਸਟੋਕ੍ਰੇਸੀ ਇਹਨੂੰ ਕਹਿੰਦੇ ਉਹਨਾਂ ਨੂੰ ਛੱਡ ਕੇ ਬਾਕੀ ਸਾਰਿਆਂ ਤੋਂ ਮਾਫੀ ਮੰਗਣੀ ਚਾਹੀਦੀ ਜੇ ਮਾਫੀਆਂ ਮੰਗਣ ਲੱਗੇ ਇਹਨਾਂ ਨੇ ਸਭ ਤੋਂ ਪਹਿਲਾਂ ਤਾਂ ਵਰਕਿੰਗ ਕਲਾਸ ਜਿਹੜੀ ਇੰਗਲੈਂਡ ਦੇ ਵਿੱਚ ਮਜ਼ਦੂਰ ਹੁੰਦੇ ਸੀ ਆਮ ਹੁੰਦੇ ਸੀ ਉਹਨਾਂ ਨੂੰ ਸ਼ਰਾਬ ਪਿਲਾ ਕੇ ਇਕੱਠੇ ਕਰ ਲੈਂਦੇ ਸੀ ਤਾਂ ਬੋਟ 'ਚ ਸੱਟ ਕੇ ਇੱਥੇ ਕੈਨੇਡਾ 'ਚ ਲੈ ਆਉਂਦੇ ਸੀ ਉਹਨਾਂ ਦੇ ਨਾਂ ਤੇ ਸ਼ਬਦ ਯੂਜ਼ ਕੀਤਾ ਜਾਂਦਾ ਜਿਹੜਾ ਅੱਜ ਵੀ ਯੂਜ਼ ਕਰਦੇ ਆ ਸਰਵੈਂਟਸ ਅੱਛਾ ਫਿਰ ਆਇਰਿਸ਼ ਲੋਕਾਂ ਨੂੰ ਇਹਨਾਂ ਨੇ ਉੱਥੋਂ ਕੱਢਿਆ ਤੇ ਧੱਕੇ ਨਾਲ ਲੈ ਕੇ ਆਂਦਾ ਫਿਰ ਕੋਈ ਵੀ ਐਥਨਿਕ ਕਮਿਊਨਿਟੀ ਨਹੀਂ ਜਿਹਦੇ ਨਾਲ ਇਹਨਾਂ ਨੇ ਨਾ ਕੁਛ ਨਾ ਕੁਛ ਕੀਤਾ ਹੋਵੇ ਫੀਮੇਲਸ ਇਹਨਾਂ ਦੀਆਂ ਆਪਣੀਆਂ ਫੀਮੇਲਸ ਨੂੰ ਕੋਈ ਰਾਈਟ ਨਹੀਂ ਸੀ ਕੋਈ ਵੋਟ ਪਾਉਣ ਦਾ ਹੱਕ ਨਹੀਂ ਸੀ ਉਹਨਾਂ ਨੂੰ ਪਰਸਨ ਵੀ ਨਹੀਂ ਸੀ ਕੰਸੀਡਰ ਕਰਦੇ 1929 ਤਾਈਂ ਪਹਿਲੀ ਵਾਰ ਕਿਹਾ ਕਿ ਵੂਮਨ ਇਜ਼ ਆਲਸੋ ਅ ਪਰਸਨ ਤਾਂ ਕਿ ਉਸ ਸੈਨੇਟ ਦੇ ਵਿੱਚ ਜਾ ਸਕੇ ਸੋ ਅਪੋਲੋਜੀ ਜੇ ਕਰਨੀਆਂ ਆ ਤਾਂ ਬਹੁਤ ਜ਼ਿਆਦਾ ਆ ਹਾਂਜੀ ਤਾਂ ਇਹਦੇ ਨਾਲ ਤਾਂ ਟਰੂਡੋ ਦੇ ਲੰਘ ਜਾਣੇ ਆ ਅਗਲੇ 50 ਸਾਲ ਜੀ ਬਿਲਕੁਲ ਕਿਉਂਕਿ ਹਰੇਕ ਸਾਲ ਦੇ ਵਿੱਚ ਹੁਣ ਇੱਕ ਕਰਦਾ ਹੈ ਫਿਰ ਅਗਲੇ ਸਾਲ ਨੂੰ 2 ਕਰਨੀਆਂ ਸ਼ੁਰੂ ਕਰੂਗਾ ਹਾਂਜੀ ਤੇ ਇਹ ਡਰਾਮਾ ਟੀਚਰ ਹੋਣ ਕਰਕੇ ਹੈਗੇ ਵੀ ਚੰਗੇ ਆ ਐਕਟਿੰਗ ਦੀ ਬਹੁਤ ਵਧੀਆ ਹੈ ਇੱਕ ਗੱਲ ਦੀ ਮੈਂ ਦੱਸ ਦਿੰਦਾ ਕਿ ਚਲੋ ਸਟੇਟਸਮੈਨ ਤਾਂ ਕਿੱਦਾਂ ਦੇ ਹੈਗੇ ਸਾਨੂੰ ਸਾਰਿਆਂ ਨੂੰ ਪਤਾ ਹੈ ਇਸ ਪਾਲਿਸੀ ਬਾਰੇ ਉਹਨਾਂ ਨੂੰ ਪਤਾ ਜਾਂ ਨਹੀਂ ਪਤਾ ਪਰ ਅਪੋਲੋਜੀਜ਼ ਜੇ ਡਰਾਮਾ ਕਰਨਾ ਹੋਵੇ ਤਾਂ ਡਰਾਮੇ ਲਈ ਜਸਟਿਨ ਟਰੂਡੋ ਬਹੁਤ ਵਧੀਆ ਡਰਾਮਾ ਕਰ ਲੈਂਦੇ ਹੋ ਚੰਗੇ ਡਰਾਮਾ ਟੀਚਰ ਹੋਣੇ ਆ ਹੁਣ ਇੱਕ ਬੰਦਾ ਕੋਈ ਮੂਵੀ ਪ੍ਰੋਡਕਸ਼ਨ ਦੇ ਵਿੱਚ ਉਹ ਕਹਿੰਦਾ ਵੀ ਸਾਰਿਆਂ ਨੂੰ ਬਹੁਤ ਜੇ ਐਕਟਿੰਗ ਕਰਨੀ ਹੋਵੇ ਨਾ ਸਭ ਤੋਂ ਵੱਡਾ ਰੋਲ ਹੁੰਦਾ ਹੈ ਰੋਣਾ ਹਾਂਜੀ ਰੋਣਾ ਬਹੁਤ ਔਖਾ ਹੈ ਹਾਂਜੀ ਬਹੁਤ ਮੁਸ਼ਕਿਲ ਹੈ ਜਸਟਿਨ ਟਰੂਡੋ 1 ਮਿੰਟ 'ਚ ਹੀ ਅਥਰੂ ਘੇਰ ਲੈਂਦਾ ਇਹਨਾਂ ਨੂੰ ਰੋਣ ਦਾ ਜੇ ਕਿਤੇ ਹਾਲੀਵੁੱਡ ਨੂੰ ਬਾਅਦ ਦੇ ਵਿੱਚ ਲੋੜ ਪਈ ਨਾ ਵੀ ਰੋਣਾ ਕਿੱਦਾਂ ਜਸਟਿਨ ਟਰੂਡੋ ਨੂੰ ਡਾਇਰੈਕਸ਼ਨ ਦੇਣੀ ਚਾਹੀਦੀ ਉੱਥੇ ਜਾ ਕੇ ਇੱਕਦਮ ਖੜੇ ਹੋ ਕੇ ਇਦਾਂ ਦਾ ਮੂੰਹ ਬਣਾਉਂਦੇ ਜਿੱਦਾਂ ਇਹਨਾਂ ਦਾ ਕੋਈ ਆਪਣਾ ਨੇੜਲਾ ਬੰਦਾ ਮਰ ਗਿਆ ਤੇ ਦੇਖੋ ਅਪੋਲੋਜੀ ਕਰਨ ਨੂੰ ਵੈਸੇ ਕੀ ਮਤਲਬ ਤੁਹਾਡਾ ਅਪੋਲੋਜੀ ਕਰਨ ਦਾ ਸਾਡੀ ਕਮਿਊਨਿਟੀ ਦੇ ਵਿੱਚ ਤਾਂ ਦੂਸਰੀਆਂ ਕਮਿਊਨਿਟੀ ਦੇ ਵਿੱਚ ਇੱਕ ਜਿਹੜੇ ਸੈਲਫ ਇੰਟਰਸਟਡ ਗਰੁੱਪਸ ਪੈਦਾ ਹੋਏ ਆ ਜਿਨ੍ਹਾਂ ਨੂੰ ਪੈਸਾ ਆਉਂਦਾ ਦਿਸਦਾ ਹਾਂਜੀ ਕਈ ਬੰਦੇ ਹੈਗੇ ਆ ਕਮਿਊਨਿਟੀ ਦੇ ਵਿੱਚ ਸਾਰੀਆਂ ਕਮਿਊਨਿਟੀ ਦੇ ਵਿੱਚ ਜਿੱਦਾਂ ਹੁਣ ਤੁਸੀਂ ਪੂਰੀਆਂ ਬਣਾਉਨੇ ਆ ਪੂਰੀਆਂ ਦੀ ਮਹਿਕ ਆ ਜਾਂਦੀ ਹੈ ਇਹਨਾਂ ਬੰਦਿਆਂ ਨੂੰ ਪੈਸੇ ਦੀ ਮਹਿਕ ਆ ਜਾਂਦੀ ਤੁਸੀਂ ਪੈਸਾ ਦੱਬ ਦਿਓ ਕਿਤੇ ਇਹ ਮਹਿਕ ਨਾ ਕੱਢ ਦੇਣਗੇ ਉੱਥੇ ਇਹ ਲੱਭਦੇ ਫਿਰਦੇ ਕਿ ਉਹਨਾਂ ਨੂੰ ਅਪੋਲੋਜੀ ਦੇ ਨਾਲ ਨਹੀਂ ਆ ਉਹਨਾਂ ਨੂੰ ਹੈਗਾ ਕਿ ਇਹਦੇ ਨਾਲ ਪੈਸਾ ਆਉਣਾ ਹੈ ਪੈਸਾ ਜਿਹੜਾ ਆ ਉਹ ਫਿਰ ਖਰਚਾਂਗੇ ਆਪਣੀ ਮਨਮਰਜ਼ੀ ਕਰਾਂਗੇ ਜਿਹੜੇ ਆਪਣੇ ਆਪ ਥਾਪੇ ਹੋਏ ਆ ਲੀਡਰ ਬਣੇ ਆ ਹਰੇਕ ਕਮਿਊਨਿਟੀ ਦੇ ਹੁਣ ਜੇ ਪੀਅਰ ਐਲੀਅਟ ਟਰੂਡੋ ਦੀ ਗੱਲ ਸਮਝਣੀ ਆ ਤਾਂ ਉਹ ਕਹਿੰਦੇ ਕਿ ਠੀਕ ਹੈ ਸਾਡੇ ਹੋਇਆ ਸਾਰਿਆਂ ਨਾਲ ਵਿਤਕਰਾ ਤਾਂ ਹੀ ਤਾਂ ਮੈਂ ਕਹਿੰਦਾ ਫੰਡਾਮੈਂਟਲ ਰਾਈਟਸ ਚਾਰਟਰ ਆਫ ਰਾਈਟਸ
ਚਾਰਟਰ ਆਫ ਰਾਈਟਸ ਐਂਡ ਫਰੀडम्स ਕਨਸਟੀਟਿਊਸ਼ਨ ਚ ਇੰਟ੍ਰੈਂਚ ਕੀਤਾ ਹੈ। ਹਾਂਜੀ, ਮੈਨੂੰ ਪਤਾ ਹੈ ਸਾਡੇ ਨਾਲ ਹੋਇਆ ਇਹ ਉਹਨੂੰ ਰੋਕਣ ਲਈ ਇਹ ਇੱਕ ਟੂਲ ਹੈ ਜੀ, ਤੇ ਇਹ ਟੂਲ ਨੂੰ ਮਾਈਨੋਰਟੀਜ਼ ਵਰਤਣਗੀਆਂ ਜਿਨ੍ਹਾਂ ਦੇ ਨਾਲ ਵੀ ਵਿਤਕਰਾ ਹੋਊਗਾ, ਜਿਹੜੀਆਂ ਉਹ ਵਰਤ ਵੀ ਰਹੀਆਂ ਇਸ ਵੇਲੇ ਜੀ। ਹੁਣ ਕੋਰਟਸ ਦੇ ਵਿੱਚ ਬਹੁਤ ਕੇਸ ਚੱਲਦੇ ਹੋਣੇ, ਹਾਂਜੀ, ਜਿਹੜੇ ਕਿ ਫਰੀडम ਚਾਰਟਰ ਆਫ ਰਾਈਟਸ ਐਂਡ ਫਰੀडम्स ਤੋਂ ਬਾਅਦ ਕੇਸਸ ਆਏ ਆ ਉਹ, ਪਰ ਉਹ ਤਾਂ ਹੈਗਾ ਪਰਮਾਨੈਂਟ ਸੋਲੂਸ਼ਨ। ਹਾਂਜੀ, ਮਤਲਬ ਤੁਸੀਂ ਕਿਸੇ ਸਰਕਾਰ ਨੇ ਕੋਈ ਗਲਤੀ ਕੀਤੀ ਹੈ, ਉਸ ਤੋਂ ਬਾਅਦ ਇੱਕ ਪਰਮਾਨੈਂਟ ਸੋਲੂਸ਼ਨ ਲਿਆਂਦਾ ਕਿ ਇਹ ਮੁੜ ਕੇ ਗਲਤੀ ਨਾ ਹੋਵੇ ਕਿਸ ਤਰੀਕੇ ਨਾਲ। ਹਾਂਜੀ, ਤੇ ਜੇ ਤੁਸੀਂ ਉਹ ਸੋਲੂਸ਼ਨ ਨਹੀਂ ਦਿੰਦੇ ਤਾਂ ਫਿਰ ਤੁਸੀਂ ਜੋ ਮਰਜ਼ੀ ਕਰੀ ਚੱਲੋ। ਰੋਣਾ ਬਹੁਤ ਸੌਖਾ ਹੈ, ਖਾਸ ਤੌਰ ਤੇ ਸਾਡੇ ਪ੍ਰਾਈਮ ਮਿਨਿਸਟਰ ਨੂੰ। ਹਾਂਜੀ, ਬਾਕੀਆਂ ਲਈ ਔਖਾ ਹੋਣਾ। ਜਸਟਿਨ ਟਰੂਡੋ ਤਾਂ ਮਾਸਟਰ ਹੈ ਇਹਦੇ ਵਿੱਚ। ਪਰ ਮਾਫੀ ਮੰਗਣਾ ਕੋਈ ਡਾਕਟਰ ਸਾਹਿਬ ਸੋਲੂਸ਼ਨ ਤਾਂ ਹੈ ਨਹੀਂ। ਹੁਣ ਜੇ ਸੋਲੂਸ਼ਨ ਹੋਊਗਾ ਤਾਂ ਕਿਉਂ ਗਾਹਾਂ ਤੋਂ ਚੀਜ਼ ਰਿਪੀਟ ਨਾ ਹੋਵੇ, ਤਾਂ ਹੀ ਉਸ ਚੀਜ਼ ਦਾ ਫਾਇਦਾ। ਇਹਨਾਂ ਦੇ ਪਿਤਾ ਜੀ ਨੇ ਸੋਲੂਸ਼ਨ ਦਿੱਤਾ ਸੀ, ਉਹ ਸਾਡੇ ਕੋਲ ਅਜੇ ਵੀ ਸੋਲੂਸ਼ਨ ਪਿਆ ਹੈ। ਹਾਂਜੀ, ਚਾਰਟਰ ਆਫ ਰਾਈਟਸ ਐਂਡ ਫਰੀडम्स। ਉਹਦੇ ਚ ਇੱਕ ਜਿਹੜੀ ਤਰਮੀਮ ਜਿਹੜੀ ਨਾਟ ਵਿਦ ਸਟੈਂਡਿੰਗ ਕਲੌਜ਼ ਰੱਖੀ ਹੈ ਨਾ, ਉਹ ਇੱਕ ਪ੍ਰੋਬਲਮ ਹੈ। ਉਹ ਜੌਂਕਰੈਚੀਆਂ ਨੇ ਕੰਪਰੋਮਾਈਜ਼ ਕੀਤੀ ਸੀ ਇਹਨਾਂ ਦੇ ਨਾਲ, ਪ੍ਰੋਵਿੰਸਸ ਦੇ ਨਾਲ। ਉਸ ਵੇਲੇ ਜੌਂਕਰੈਚੀਆਂ ਸਾਹਿਬ ਜਸਟਿਸ ਮਿਨਿਸਟਰ ਹੁੰਦੇ ਸੀ, ਤੇ ਉਹਦੇ ਅਧੀਨ ਅਜੇ ਵੀ ਵਿਤਕਰਾ ਹੋ ਸਕਦਾ। ਜਿੱਦਾਂ ਕਿਊਬੈਕ ਦੇ ਵਿੱਚ ਉਹਨਾਂ ਨੇ ਸੈਕੂਲਰ ਲਾਅ ਲੈ ਕੇ ਆਂਦਾ ਨਾ, ਉਹ ਨਾਟ ਵਿਦ ਸਟੈਂਡਿੰਗ ਕਲੌਜ਼ ਦੇ ਨਾਲ ਲੈ ਕੇ ਆਏ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਹਿਜਾਬ ਪਾ ਕੇ, ਪੱਗ ਬੰਨ੍ਹ ਕੇ ਕੋਈ ਸਰਕਾਰੀ ਨੌਕਰੀ ਨਹੀਂ ਕਰ ਸਕਦਾ। ਇਹ ਵਿਤਕਰਾ ਹੈ। ਹੁਣ ਕੋਰਟ ਦੇ ਵਿੱਚ ਨਹੀਂ ਜਾ ਸਕਦੇ ਕਿਉਂਕਿ ਨਾਟ ਵਿਦ ਸਟੈਂਡਿੰਗ ਕਲੌਜ਼ ਪਾਈ ਹੈ ਉਹਨਾਂ ਦੇ ਵਿੱਚ। ਸੋ ਜੇ ਸੁਧਾਰ ਕਰਨਾ ਹੀ ਜਸਟਿਨ ਟਰੂਡੋ ਨੇ ਵਾਕਿਆ ਹੀ ਕਰਨਾ ਆ, ਐਕਚੁਅਲੀ ਮਨ ਦੇ ਵਿੱਚ ਹੈ ਨਾ, ਫਿਰ ਸਾਰੇ ਸੂਬਿਆਂ ਦੇ ਨਾਲ ਗੱਲ ਕਰਨ, ਕਿਉਂਕਿ ਇਸ ਤਰਮੀਮ ਨੂੰ ਕੱਢਣ ਲਈ ਸਾਰੇ ਸੂਬਿਆਂ ਦੀ ਲੋੜ ਹੈ। ਹਾਂਜੀ, ਤੇ ਫੈਡਰਲ ਸਰਕਾਰ ਦੀ ਲੋੜ ਹੈ। ਇਸ ਕਲੌਜ਼ ਨੂੰ ਕੱਢਣ ਦੀ ਲੋੜ ਹੈ ਤਾਂ ਕਿ ਘੱਟ ਗਿਣਤੀਆਂ ਦੇ ਖਿਲਾਫ ਵਾਕਿਆ ਹੀ ਭਵਿੱਖ ਦੇ ਵਿੱਚ ਕੋਈ ਵੀ ਕਿਸੇ ਕਿਸਮ ਦਾ ਵਿਤਕਰਾ ਨਾ ਹੋ ਸਕੇ। ਜੀ ਬਿਲਕੁਲ। ਉਹਦੇ ਬਾਰੇ ਨਾ ਇਹਨਾਂ ਨੇ ਕਦੇ ਗੱਲ ਕੀਤੀ ਹੈ, ਤੇ ਨਾ ਕਿਸੇ ਹੋਰ ਨੇ। ਜਿਹੜੇ ਅਖੌਤੀ ਸਿੰਘ ਬਣੇ ਆ ਸਾਡੇ, ਜਗਮੀਤ ਸਿੰਘ ਜੀ, ਅੱਜ ਤਾਈਂ ਕਦੇ ਨਹੀਂ ਬੋਲੇ ਕਿ ਆਹ ਨਾਟ ਵਿਦ ਸਟੈਂਡਿੰਗ ਕਲੌਜ਼ ਕੱਢਣ। ਉਹਨਾਂ ਨੇ ਤਾਂ ਇਸ ਗੱਲ ਤੇ ਵੀ ਇਤਰਾਜ਼ ਕੀਤਾ ਕਿ ਇੱਕ ਲੜਕੀ ਨੇ ਸਵਾਲ ਪੁੱਛ ਲਿਆ ਕਿ ਕਿਊਬੈਕ ਵਾਲਿਆਂ ਨੂੰ ਕਿ ਤੁਸੀਂ ਆਪਣੇ ਆਪ ਨੂੰ ਕਹੀ ਜਾਂਦੇ ਆ ਸੈਕੂਲਰ ਆ, ਅਸੀਂ, ਤੁਸੀਂ ਆਪਣੇ ਆਪ ਨੂੰ ਡੈਮੋਕ੍ਰੈਟਿਕ ਕਹੀ ਜਾਂਦੇ, ਹਿਊਮਨ ਰਾਈਟਸ ਦੀ ਵਾਇਲੇਸ਼ਨ ਨਹੀਂ ਹੋਣ ਦੇਣੀ ਅਸੀਂ, ਤੇ ਇੱਕ ਪਾਸੇ ਕਾਨੂੰਨ ਬਣਾ ਰਹੇ ਕਿ ਹਿਜਾਬ ਜਾਂ ਪੱਗ ਬੰਨ੍ਹ ਕੇ ਕੋਈ ਤੁਹਾਡੀ ਨੌਕਰੀ ਨਹੀਂ ਕਰ ਸਕਦਾ। ਹਾਂਜੀ, ਧਾਰਮਿਕ ਚਿੰਨ੍ਹ। ਤੇ ਜਿਹੜੇ ਬੰਦੇ ਦੇ ਐਕਚੁਅਲੀ ਪੱਗ ਬੰਨ੍ਹੀ ਆ, ਜਿਹਨੂੰ ਆਬਜੈਕਸ਼ਨ ਕਰਨਾ ਚਾਹੀਦਾ ਸੀ, ਉਹ ਬੰਦਾ ਉਸ ਸਵਾਲ ਤੇ ਕਹਿ ਰਿਹਾ ਕਿ ਸਵਾਲ ਵੀ ਗਲਤ ਆ। ਇਹ ਜਿਹਦੇ ਬੰਦੇ 'ਚ ਹਿੰਮਤ ਹੀ ਹੈ ਨਹੀਂ ਕੁਝ ਵੀ ਬੋਲਣ ਦੀ, ਉੱਥੇ ਉਹ ਤੁਸੀਂ ਪੀਅਰ ਐਲੀਅਟ ਟਰੂਡੋ ਦੀ ਗੱਲ ਕਰਦੇ ਹਾਂ ਅਸੀਂ ਵੀ ਉਹਨਾਂ ਨੇ ਚਾਰਟਰ ਆਫ ਰਾਈਟਸ ਐਂਡ ਫਰੀडम्स ਲੈ ਕੇ ਆਂਦਾ, ਪਰ ਇੱਕ ਗੱਲ ਮਾੜੀ ਕੀਤੀ ਉਹਨਾਂ ਨੇ, ਨਾਟ ਵਿਦ ਸਟੈਂਡਿੰਗ ਕਲੌਜ਼ ਪਾ ਕੇ ਵਿੱਚ, ਜਿਹਦੇ ਅਧੀਨ ਸੈਕੂਲਰ ਲਾਅ ਕਿਊਬੈਕ ਦੇ ਵਿੱਚ ਬਣਿਆ। ਅਸੀਂ ਇੱਕ ਦਿਨ ਵਿਸਤਾਰ ਨਾਲ ਗੱਲ ਕਰਾਂਗੇ। ਮੇਰੀ ਕਿਤੇ ਤਮੰਨਾ ਸੀ ਕਿ ਆ ਜਿਹੜੇ ਬੰਦੇ ਸਾਡੇ ਅਸੀਂ ਇਲੈਕਟ ਕਰਦੇ ਹਾਂ, ਇਹਨਾਂ ਨੂੰ ਵੀ ਪਤਾ ਆ ਨਾਟ ਵਿਦ ਸਟੈਂਡਿੰਗ ਕਲੌਜ਼ ਦਾ, ਉਹ ਯੂਜ਼ ਕਰਦੇ ਆ। ਅੱਜ ਤਾਈਂ ਇਹਨਾਂ ਦੇ ਵਿੱਚੋਂ ਕੋਈ ਬੰਦਾ ਨਹੀਂ ਬੋਲਿਆ। ਉਹ ਯੂਜ਼ ਕਰਦੇ ਸਾਨੂੰ ਸਾਡੀਆਂ ਘੱਟ ਗਿਣਤੀਆਂ ਦੇ ਹੱਕਾਂ ਤੇ ਅਟੈਕ ਕਰਨ ਨੂੰ। ਜੀ, ਕੀ ਇਹਨਾਂ ਨੂੰ ਪਤਾ ਆ ਉਸ ਕਲਾਸ ਦਾ? ਕੀ ਇਹਨਾਂ ਨੇ ਬੋਲਿਆ ਅੱਜ ਤਾਈਂ? ਵੈਸੇ ਜਦੋਂ ਸਾਡੀ ਕਮਿਊਨਿਟੀ ਵਿੱਚ ਆਉਣ ਤਾਂ ਉਦੋਂ ਤਾਂ ਇਹੀ ਕਹਿਣਗੇ ਕਿ ਅਸੀਂ ਆਪਣੀ ਕਮਿਊਨਿਟੀ ਲਈ ਡਟ ਕੇ ਖੜੇ ਹਾਂ। ਕਿੱਦਾਂ ਖੜੇ ਆ ਤੁਸੀਂ? ਕਹੀ ਲੈ ਕੇ। ਇੱਥੇ ਗੱਲਬਾਤ ਹੁੰਦੀ ਹੈ ਕਾਨੂੰਨਾਂ ਦੇ ਨਾਲ, ਇੱਥੇ ਗੱਲਬਾਤ ਹੁੰਦੀ ਸੰਵਿਧਾਨ ਦੇ ਨਾਲ। ਉਹਦੇ ਵਿੱਚ ਜੋ ਕੁਝ ਲਿਖਿਆ ਉਹਦੇ ਖਿਲਾਫ ਤੁਸੀਂ ਬੋਲਣ ਜੋਗੇ ਹੈਗੇ ਆ। ਤੁਹਾਨੂੰ ਪਤਾ ਹੈ ਕੁਝ? ਹਾਂਜੀ, ਨਾਟ ਵਿਦ ਸਟੈਂਡਿੰਗ ਕਲੌਜ਼ ਦਾ ਜੇ ਉਸ ਵੇਲੇ ਉਹਨਾਂ ਨੇ ਪਾਤੀ ਆ, ਉਸ ਵੇਲੇ ਉਹਨਾਂ ਨੇ ਕੰਪਰੋਮਾਈਜ਼ ਕੀਤੀ ਆ। ਜੌਂਕਰੈਚੀਆਂ ਨੇ ਇਹ ਕਲੌਜ਼ ਪਵਾਈ ਸੀ ਐਕਚੁਅਲੀ ਕਹਿ ਕੇ, ਤਾਂ ਜੌਂਕਰੈਚੀਆਂ ਨੂੰ ਸਭ ਤੋਂ ਵੱਧ ਸਪੋਰਟ ਕਰਨ ਵਾਲੀ ਸਾਡੀ ਕਮਿਊਨਿਟੀ ਸੀ। ਕਿਸੇ ਨੂੰ ਇੱਕ ਜਾਣੇ ਨੂੰ ਪੁੱਛ ਕੇ ਦੇਖੋ ਕਿ ਇਸ ਬੰਦੇ ਨੇ ਉਹ ਪਵਾਈ ਆ। ਜੌਂਕਰੈਚੀਆਂ ਨੇ ਜਿਹੜੀ ਕਲਾਸ ਪਵਾਈ ਸੀ ਉਹ ਕਿਊਬੈਕ ਵਾਲਿਆਂ ਨੇ ਯੂਜ਼ ਕੀਤੀ ਹੈ, ਜਿਹਦੇ ਵਿੱਚ ਉਹਨਾਂ ਨੇ ਪੱਗ ਬੈਨ ਕਰ ਦਿੱਤੀ।
हाँ जी जे उन्होंने कीती आ ते हुण उस क्लॉज नूं कढाउण लई जस्टिन ट्रूडो ते प्रैशर पाया जा सकदा, इन्हां ते लॉबी कीती जा सकदी। हाँ जेब दे विचों अपॉलोजी कढ के दे देणगे तुहानूं, पर सोल्यूशन तां नहीं, सोल्यूशन कोई नहीं। सोल्यूशन यही है कि जे तुसीं चार्टर ऑफ राइट्स एंड फ्रीडम्स नूं तकड़ा करना आ ते नॉट विदस्टैंडिंग क्लॉज सैक्शन 33 इहनूं खत्म कीता जावे तां कि घट गिणतियां कोर्ट दा दरवाजा खड़का सकण। डॉक्टर साहब रुक करदे हैं जी खबरां वल ते अगली खबर दा संबंध हैगा सियाटल दे नाल। वैसे देखो स्कूलां दे विच अध्यापकां दी कमी हैगी आ, काफी समय तो इस बारे भी गलबात चल रही है। हुण एक नवां सर्वे आया, सियाटल पब्लिक स्कूल दे जिहड़े 1/3 टीचर्स हैगे आ, एजुकेटर्स हैगे आ, ਉਹ आने वाले 5 सालां विच स्कूल छड्डण दी योजना बना रहे आ। इस पूरे सर्वे बारे पहला तो यह दसो कि सर्वे है की है ते उस तो बाद ये दसो कि वो क्यों सोचते हैं कि वो स्कूल छड्ड देण। देखो ये सियाटल दे स्कूलों दी सर्वे है कि 1/3 टीचर जिहड़े आ तिन्नां दे विचों एक ने चल जाना, रिटायर हो जाना, और एजुकेशन दे फील्ड दे विच टीचिंग प्रोफैशन च उतराव चढ़ाव आउंदे ही रहिंदे आ। एक गल तां लोकां दे मन, जे कोई बच्चा परसू करना चाहुंदा ना, मैं BEd करनी है, MEd करनी है, करो, कोई गल नहीं, ये वधिया प्रोफैशन है। एक तां हमेशा ही तुहानूं दुनिया दे विच जो मर्जी हो जाए, लोकां ने बच्चों नूं पढ़ाउणा ही पढ़ाउणा, सो सरकारां ने स्कूल बनाउणे ही बनाउणे, ये पक्का ही पता है। ये इदां दी तां है नहीं भी किसी दिन समोसे बंद कर देने आ, भी इहदा दिल नूं ज़्यादा खतरा है। ये लोकां ने अपने बच्चे पढ़ाउणे आ और सरकार नूं स्कूल बनाउणे पैणे। हुण गल आ जांदी है कि क्यों टीचर्स रिटायर हुंदे आ इन्ने तादाद दे विच। कई वारी एक समा आउंदा डेमोग्राफी दे विच जदों बच्चे ज़्यादा हो जांदे आ, टीचर्स भी ज़्यादा हायर करदे एकदम, तो वो एक सर्टन एज ते जाके रिटायर हो जाते। हुण डिपेंड करदा टीचिंग दे विच कि उन्हां दे कोल पेंशन स्कीम्स किदां दीयां ने, वख-वख जूरिसडिक्शन दे विच वख-वख है ना। तकरीबन हर एक पेंशन जिहड़ी मिलदी सानूं ਉਹਦੇ ਵਿੱਚ ਤੁਸੀਂ 70% मैक्सीमम ਲੈ ਸਕਦੇ, ਜਿਹੜੀ ਵੱਧ ਤੋਂ ਵੱਧ ਤੁਸੀਂ ਪੈਸੇ ਕਮੂਲੇਟ ਜੇ ਕਰਨੇ ਹੋਣ ਨਾ, ਤੁਹਾਡੀ ਪੈਨਸ਼ਨ ਜਿਹੜੀ ਜੇ ਕੋਈ $1,00,000 ਬਣਾ ਰਿਹਾ ਉਹਨੂੰ ਵੱਧ ਤੋਂ ਵੱਧ 70,000 ਮਿਲਣਾ। ਪਰ ਉਹਦਾ ਫਾਇਦਾ ਇਹ ਹੋ ਜਾਂਦਾ ਕਿ ਜਿਹੜੇ ਤੁਹਾਨੂੰ ਜੇ ਇਨਕਮ ਜ਼ਿਆਦੀ ਆ ਤਾਂ ਤੁਹਾਨੂੰ ਟੈਕਸ ਵੀ ਜ਼ਿਆਦਾ ਲੱਗਦਾ, ਫਿਰ ਥੋੜੀ ਪੈਨਸ਼ਨ ਦੀ ਇਨਕਮ ਘੱਟ ਆ, ਤੁਹਾਡੀ ਟੈਕਸ ਬ੍ਰੈਕਟ ਘੱਟ ਜਾਂਦੀ ਹੈ। ਤਾਂ ਜਿਹੜੇ ਤੁਸੀਂ ਡਿਊਜ਼ ਦਿੰਦੇ ਆ, ਪੈਨਸ਼ਨ ਦੇ ਡਿਊਜ਼ ਦਿੰਦੇ ਆ, ਯੂਨੀਅਨ ਦੇ ਡਿਊਜ਼ ਦਿੰਦੇ ਆ, ਇਹ ਸਾਰੇ ਖਤਮ ਹੋ ਜਾਂਦੇ ਆ। ਸੋ 70,000 ਜਿਹੜਾ ਬਣਾਉਂਦਾ ਟੀਚਰ ਪੈਨਸ਼ਨ ਦੇ ਵਿੱਚ ਬਾਅਦ ਦੇ ਵਿੱਚ, ਉਹਦੀ ਤਕਰੀਬਨ ਬਹੁਤਾ ਫਰਕ ਨਹੀਂ ਹੁੰਦਾ ਜਿਹੜੀ ਰੈਗੂਲਰ ਪੇ ਨਾ ਹੋ, ਕਿਉਂਕਿ ਉਹਦੇ ਟੈਕਸ ਘੱਟ ਆ, ਉਹਦੇ ਡਿਡਕਸ਼ਨ ਘੱਟ ਆ ਉਹਦੀਆਂ। ਸੋ ਬਹੁਤੇ ਬੰਦੇ ਸੋਚਦੇ ਕਿ ਹੁਣ ਪੈਸੇ ਦਾ ਤਾਂ ਕੋਈ ਫਰਕ ਨਹੀਂ, ਕਿ ਮੈਂ ਰਿਟਾਇਰ ਹੋ ਜਾਵਾਂ। ਔਰ ਕਿਉਂਕਿ ਅਜੇ ਵੀ ਟੀਚਰਾਂ ਦੀ ਘਾਟ ਆ ਵੱਖ-ਵੱਖ ਜੂਰਿਸਡਿਕਸ਼ਨ ਦੇ ਵਿੱਚ, ਬਹੁਤੇ ਟੀਚਰ ਰਿਟਾਇਰ ਹੋ ਕੇ ਫਿਰ ਸਬਸਟੀਚਿਊਟ ਟੀਚਰ ਬਣ ਜਾਂਦੇ। ਉਹ ਐਕਚੁਅਲੀ ਜ਼ਿਆਦਾ ਪੈਸੇ ਬਣਾਉਂਦੇ, ਇੱਕ ਪਾਸੇ ਤਾਂ ਪੈਨਸ਼ਨ ਆਉਂਦੀ ਹੈ ਪੂਰੀ, ਦੂਸਰੇ ਪਾਸੇ ਉਹ ਸਬਸਟੀਚਿਊਟ ਉਹ ਤੁਸੀਂ 5 ਦਿਨ ਵੀ ਕਰ ਸਕਦੇ ਆ। ਅੱਜ ਕੱਲ੍ਹ ਜਿੱਦਾਂ BC ਦੇ ਵਿੱਚ ਹੋਇਆ, ਪਿੱਛੇ ਜਾਏ ਇਹਨਾਂ ਨੇ ਕਲਾਸ ਸਾਈਜ਼ ਤੇ ਸੁਪਰੀਮ ਕੋਰਟ ਨੇ ਕਰਤਾ ਸੀ, ਕ੍ਰਿਸਟੀ ਕਲਾਰਕ ਨੇ ਕਲਾਸ ਸਾਈਜ਼ ਵਧਾਤੇ ਸੀ ਨਾ, ਉਹਦੀ ਰੂਲਿੰਗ ਆਈ ਸੁਪਰੀਮ ਕੋਰਟ ਦੀ ਕਿ ਨਹੀਂ, ਇਸ ਯੂਨੀਅਨ ਦੇ ਕੋਲ ਹੱਕ ਹੈਗਾ ਕਿ ਉਹ ਨਗੋਸ਼ੀਏਟ ਕਰੇ। ਉਸ ਤੋਂ ਬਾਅਦ ਧੜ ਇਹਨਾਂ ਨੇ ਟੀਚਰਸ ਹਾਇਰ ਕੀਤੇ ਇੱਥੇ BC ਦੇ ਵਿੱਚ। ਕਈ ਬੰਦੇ ਜਿਹੜੇ ਨੇ, ਮੈਂ ਵੀ ਕਈਆਂ ਨੂੰ ਜਾਣਦਾ ਜਿਨ੍ਹਾਂ ਨੇ ਐਕਚੁਅਲੀ ਰਿਟਾਇਰਮੈਂਟ ਲੈ ਲਈ ਕਿਉਂਕਿ ਉਹਨਾਂ ਦੇ ਸਾਲ ਪੂਰੇ ਹੋ ਗਏ ਸੀ, ਤੇ ਉਸ ਤੋਂ ਬਾਅਦ ਉਹ ਸਬਸਟੀਚਿਊਟ ਟੀਚਰ ਬਣ ਗਏ। ਤੇ ਐਕਚੁਅਲੀ ਜਿੰਨੇ ਪੈਸੇ ਉਹ ਬਣਾਉਂਦੇ ਸੀ, ਪੈਸੇ ਦੇ ਹਿਸਾਬ ਨਾਲ ਦੇਖਣਾ ਦਾ, ਜੇ ਕਿਸੇ ਨੇ ਇਹ ਦੇਖਣਾ ਕਿ ਠੀਕ ਹੈ ਹੁਣ ਮੇਰੀ ਫੁੱਲ ਪੈਨਸ਼ਨ ਬਣ ਗਈ ਆ ਤੇ ਹੁਣ ਮਜ਼ੇ ਲੈਣ ਦਾ ਵੀ ਟਾਈਮ ਆਇਆ। ਜੇ ਟੀਚਰ ਨੇ ਕਿਸੇ ਨੇ ਜੂਰਿਸਡਿਕਸ਼ਨ ਬਦਲਣਾ ਹੋਵੇ, ਜਿੱਦਾਂ ਸਿਆਟਲ 'ਚ ਬੰਦਾ ਸੋਚਦਾ ਯਾਰ ਇੱਥੇ ਮੀਂਹ ਪਈ ਜਾਂਦਾ, ਉੱਥੋਂ ਤੁਸੀਂ ਟੀਚਿੰਗ ਰਿਟਾਇਰਮੈਂਟ ਲੈ ਕੇ ਕੈਲੀਫੋਰਨੀਆ ਚਲ ਜਾਓ,
कैलीफोर्निया दे विच इन्नी धुप आ और इन्ने टीचर चाहिए कैलीफोर्निया के जिहड़े रिक्रूटमेंट करते हैं वो सारे ही यूएस के स्टेट्स फिरते हैं टीचर्स ले जाने लई और बहुते टीचर्स कैलीफोर्निया वगैरह दे विच जां फ्लोरिडा दे विच टैक्सस दे विच तां जांदे आ कि उन्हां दा वैदर बहुत सोहना है सारियां सहूलतां तां बाकी अमेरिकनस वांगू आ पर उन्हां दा वैदर जिहड़ा प्लस है सो इस करके जे टीचिंग प्रोफैशन किसी ने अपनाउणा आ ਤਾਂ ਉਹਦੇ ਵਿੱਚ ਕਦੇ ਵੀ ਇਦਾਂ ਦਾ ਸਮਾਂ ਨਹੀਂ ਆਉਂਦਾ ਕਿ ਟੀਚਰ ਲਈ ਕੋਈ ਜੌਬ ਵੀ ਹੈ ਨਹੀਂ ਕੋਈ ਗੱਲ ਨਹੀਂ 1-2 ਸਾਲ ਕਈ ਵਾਰੀ ਹੁੰਦਾ ਵੀ ਆ ਕਿ ਟੀਚਰ ਹਾਇਰ ਨਹੀਂ ਕਰਦੇ ਪਰ ਇਵੈਂਚੁਅਲੀ ਆਉਣੇ ਹੀ ਆਉਣੇ ਇਹ ਇਦਾਂ ਦਾ ਪ੍ਰੋਫੈਸ਼ਨ ਹੈ ਜੀ ਡਾਕਟਰ ਸਾਹਿਬ ਕਿਊਬੈਕ ਦੇ ਪ੍ਰੀਮੀਅਰ ਦੀ ਕਾਫੀ ਜ਼ਿਆਦਾ ਆਲੋਚਨਾ ਹੋ ਰਹੀ ਆ ਉਹਨਾਂ ਨੇ ਕਹਿ ਦਿੱਤਾ ਕਿ ਉਹ ਤੇ ਉਹਨਾਂ ਦੀ ਜਿਹੜੀ ਪਾਰਟੀ ਆ ਉਹ ਮਲਟੀਕਲਚਰਲਿਜ਼ਮ ਦੇ ਵਿੱਚ ਯਕੀਨ ਨਹੀਂ ਰੱਖਦੇ ਉਹਨਾਂ ਨੇ ਵਿਰੋਧ ਕੀਤਾ ਇਸ ਦਾ ਤੇ ਉਹਨਾਂ ਨੇ ਕਿਹਾ ਕਿ ਕਿਊਬੈਕ ਦੇ ਵਿੱਚ ਇੱਕ ਹੀ ਕਲਚਰ ਹੋਣਾ ਚਾਹੀਦਾ ਤੇ ਉਹ ਕਿਊਬੈਕ ਦਾ ਹੀ ਕਲਚਰ ਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਉਹਨਾਂ ਦੀ ਇਸ ਸਟੇਟਮੈਂਟ ਨੂੰ ਇਹ ਕੋਈ ਨਵੀਂ ਗੱਲ ਨਹੀਂ ਵੈਸੇ ਕਿਊਬੈਕ ਦੇ ਜਿਹੜੇ ਨੈਸ਼ਨਲਿਸਟ ਆ ਉਹ ਪਹਿਲਾਂ ਵੀ ਕਹਿੰਦੇ ਸੀ ਕਿ ਜਦੋਂ ਮਲਟੀਕਲਚਰਲਿਜ਼ਮ ਲੈ ਕੇ ਆਏ ਆ ਉਸ ਵੇਲੇ ਮੰਗ ਸੀ ਉਹਨਾਂ ਦੀ ਕਿ ਕੈਨੇਡਾ ਨੂੰ ਬਾਈਕਲਚਰਲਿਜ਼ਮ ਤੇ ਬਾਈਲਿੰਗੁਅਲਿਜ਼ਮ ਦੋ ਹੀ ਇੱਥੇ ਭਾਸ਼ਾਵਾਂ ਆ ਤੇ ਦੋ ਹੀ ਕਲਚਰ ਹੈ ਜਿਨ੍ਹਾਂ ਦੀ ਇੰਪੋਰਟੈਂਸ ਹੈ ਬਾਕੀ ਵੀ ਹੋਣਗੇ ਪਰ ਇਹ ਦੋ ਜਿਹੜੇ ਆ ਡਿਫਾਈਨ ਕਰਦੇ ਕੈਨੇਡਾ ਨੂੰ ਸੋ ਉਦੋਂ ਇੱਕ ਗੱਲ ਤਾਂ ਉਹਨਾਂ ਦੀ ਮੰਨ ਲਈ ਪੀਅਰ ਟਰੂਡੋ ਨੇ ਉਹ ਉਹਨਾਂ ਨੇ ਬਾਈਲਿੰਗੁਅਲਿਜ਼ਮ ਲੈ ਕੇ ਆਂਦਾ ਫ੍ਰੈਂਚ ਵੀ ਲਿਆਂਦੀ ਤਾਂ ਇੰਗਲਿਸ਼ ਵੀ ਲੈ ਕੇ ਆਂਦੀ ਅਫੀਸ਼ੀਅਲੀ ਤੌਰ ਤੇ ਪਰ ਬਾਈਕਲਚਰਲਿਜ਼ਮ ਨਹੀਂ ਮੰਨੇ ਬਾਈਕਲਚਰਲਿਜ਼ਮ ਦੀ ਬਜਾਏ ਫੈਡਰਲ ਸਰਕਾਰ ਨੇ ਮਲਟੀਕਲਚਰਲਿਜ਼ਮ ਲੈ ਕੇ ਆਂਦਾ ਕਿਊਬੈਕ ਵਾਲਿਆਂ ਨੇ ਕਦੇ ਵੀ ਮਲਟੀਕਲਚਰਲਿਜ਼ਮ ਆਪਣੇ ਸੂਬੇ ਦੇ ਵਿੱਚ ਨਹੀਂ ਲੈ ਕੇ ਆਂਦਾ ਇਹ ਕਹਿੰਦੇ ਆ ਕਿ ਸਾਡੇ ਕੋਲ ਮਿਨਿਸਟਰੀ ਹੈਗੀ ਆ ਇੰਟਰਕਲਚਰਲਿਜ਼ਮ ਦੀ ਇੰਟਰਕਲਚਰਲਿਜ਼ਮ ਮਿੰਟ ਵੀ ਕਿਊਬੈਕ ਦਾ ਜਿਹੜਾ ਫ੍ਰੈਂਚ ਕਲਚਰ ਹੈ ਕਿਊਬੈਕ ਦਾ ਜਿਹੜਾ ਆਪਣਾ ਕਲਚਰ ਹੈ ਉਹ ਹੈਗਾ ਨੰਬਰ 1 ਬਾਕੀ ਦੇ ਸਾਰੇ ਹੀ ਕਲਚਰ ਉਹ ਕਹਿੰਦੇ ਅਸੀਂ ਨਹੀਂ ਡਿਸਕ੍ਰਿਮੀਨੇਸ਼ਨ ਕਰਦੇ ਕਿਸੇ ਦੇ ਵੀ ਖਿਲਾਫ ਬਾਕੀ ਤੁਸੀਂ ਕੌਣ ਆ ਤੁਸੀਂ ਫ੍ਰੈਂਚ ਕਲਚਰ ਤੋਂ ਥੱਲੇ ਆ ਪਰ ਆਪਸ ਵਿੱਚ ਹੀ ਬਰਾਬਰ ਹੈ ਇਹ ਇੰਟਰਕਲਚਰਲਿਜ਼ਮ ਹੈ ਉਹਨਾਂ ਦਾ ਸਾਨੂੰ ਪਰਵਾਹ ਨਹੀਂ ਤੁਸੀਂ ਫਰਸਟ ਨੇਸ਼ਨਸ ਜਾਂ ਸਾਨੂੰ ਪਰਵਾਹ ਨਹੀਂ ਤੁਸੀਂ ਚਾਈਨੀਜ਼ ਕੈਨੇਡੀਅਨ ਆ ਇਟਾਲੀਅਨ ਕੈਨੇਡੀਅਨ ਆ ਤੁਹਾਡਾ ਦਰਜਾ ਬਰਾਬਰ ਹੈ ਪਰ ਸਾਡਾ ਥੋੜਾ ਜਿਹਾ ਤਾਂ ਆ ਉਹਨਾਂ ਨੇ ਡੈਫੀਨੇਸ਼ਨ ਦਿੱਤੀ ਆਪਣੇ ਹਿਸਾਬ ਨਾਲ ਜੋ ਸੋਚਦੇ ਆ ਜਿਹੜਾ ਯੂਨੀਕਲਚਰਲਿਜ਼ਮ ਉਹ ਪ੍ਰਮੋਟ ਪਹਿਲਾਂ ਕਰਦੇ ਸੀ ਨਾ ਹੁਣ ਇੰਟਰਕਲਚਰਲਿਜ਼ਮ ਉਹਨਾਂ ਨੇ ਕੀਤਾ ਹੈ ਕਿ ਫ੍ਰੈਂਚ ਕਲਚਰ ਸਾਰਿਆਂ ਤੋਂ ਉੱਪਰ ਤੇ ਇਹ ਤੋਂ ਥੱਲੇ ਸਾਰੇ ਬਰਾਬਰ ਤੁਸੀਂ ਸਾਡੇ ਬਰਾਬਰ ਨਹੀਂ ਹੋ ਸਕਦੇ ਕਿਉਂਕਿ ਅਸੀਂ ਕੈਨੇਡਾ ਨੂੰ ਆ ਕੇ ਸੈਟਲ ਕੀਤਾ ਹੈ ਤੇ ਅਸੀਂ ਕੈਨੇਡਾ ਦੇ ਮੋਹਰੀਆਂ ਦੇ ਵਿੱਚੋਂ ਇਸ ਕਰਕੇ ਇੱਕ ਵੱਡੀ ਉਹਨਾਂ ਦੀ ਚੈਲੰਜ ਰਿਹਾ ਕਿ ਜਿੰਨੇ ਵੀ ਬਾਹਰੋਂ ਕਲਚਰ ਆਉਂਦੇ ਆ ਕਿ ਉਹਨਾਂ ਨੂੰ ਸਵੀਕਾਰ ਕਰਨਾ ਜਾਂ ਨਹੀਂ ਉਹ ਹਮੇਸ਼ਾ ਹੀ ਕਹਿੰਦੇ ਕਿ ਤੁਸੀਂ ਫ੍ਰੈਂਚ ਕਲਚਰ ਅਡਾਪਟ ਕਰੋ ਅਜੇ ਵੀ ਉਹ ਪਾਲਿਸੀ ਹੈ ਜਿਹੜੀ ਕਿ ਬਾਕੀ ਵੀ ਕੈਨੇਡਾ 'ਚ ਇਹੀ ਹੁੰਦੀ ਸੀ ਇਹ ਕਹਿੰਦੇ ਹੁੰਦੇ ਇੰਗਲਿਸ਼ ਕਲਚਰ ਜਿਹੜਾ ਸਭ ਤੋਂ ਤਾਂ ਆ ਤੁਸੀਂ ਸਾਰੇ ਇੰਗਲਿਸ਼ ਆ ਜਿਹੜੇ ਬੱਚੇ ਮਾਰੇ ਆ ਆਹ ਹੀ ਤਾਂ ਚੱਕਰ ਹੈ ਇਹਨਾਂ ਦਾ ਜਿਹੜੇ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਬੱਚੇ ਮਾਰੇ ਆ ਹਾਂਜੀ ਇਹਨਾਂ ਨੂੰ ਆਪਣੇ ਵਰਗੇ ਬਣਾਉਂਦੇ ਸੀ ਇਹ ਕਹਿੰਦੇ ਸੀ ਇਹ ਤਰੀਕਾ ਆ ਇੰਗਲਿਸ਼ ਕਲਚਰ ਸਿਖਾਉਣ ਦਾ ਕਿ ਪਹਿਲੀ ਗੱਲ ਤਾਂ ਆਪਣੀ ਲੈਂਗੁਏਜ ਭੁੱਲ ਜਾਣ ਸਾਡੀ ਲੈਂਗੁਏਜ ਹੀ ਸਿਰਫ ਸਿੱਖਣ ਦੂਜੀ ਗੱਲ ਇਹ ਕਲਚਰ ਆਪਣਾ ਭੁੱਲ ਜਾਣ ਸਾਡੇ ਹੀ ਸਾਰੇ ਹੈਰੀ ਬਣ ਜਾਣ ਉਹ ਕਰਦਿਆਂ ਨੇ ਬੱਚੇ ਮਾਰ ਲੈ ਅੱਜ ਤਾਈਂ ਨੇਟਿਵ ਬੰਦੇ ਰੋਂਦੇ ਆ ਇੱਥੇ ਜਿਨ੍ਹਾਂ ਦੇ ਨਾਲ ਇਹ ਕੁਝ ਹੋਇਆ ਮਲਟੀਕਲਚਰਲਿਜ਼ਮ ਨੂੰ ਲਿਪ ਸਰਵਿਸ ਦਿੰਦੇ ਆ ਬਸ ਬਾਕੀ ਜਗ੍ਹਾ ਤੇ ਵੀ ਕਿਊਬੈਕ ਵਾਲੇ ਸ਼ਰੇਆਮ ਹੀ ਕਹੀ ਜਾਂਦੇ ਆ ਵੀ ਮਾੜਾ ਹੈ ਹਾਂਜੀ ਇਸੇ ਕਰਕੇ ਤਾਂ ਡਾਕਟਰ ਸਾਹਿਬ ਇੰਨੀ ਜ਼ਿਆਦਾ ਹੁਣ ਉੱਥੇ ਉਹਨਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਛੋਟੀ ਜੀ ਬ੍ਰੇਕ ਲੈਂਦੇ ਆ ਬ੍ਰੇਕ ਤੋਂ ਬਾਅਦ ਵਾਪਸ ਪਰਤ ਕੇ ਫਿਰ ਆਪਾਂ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਗੱਲਬਾਤ ਕਰਾਂਗੇ ਬ੍ਰੇਕ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਦੇ ਬਾਰੇ ਜਿਹਦੇ ਵਿੱਚ ਫਿਰ ਤੋਂ ਫੁੱਟ ਪੈਣ ਦੇ ਅਸਾਰ ਨੇ ਤੇ ਫਿਰ ਜਿਹੜਾ ਉਹਨਾਂ ਦਾ ਭਵਿੱਖ ਹੈਗਾ ਥੋੜਾ ਜਿਹਾ ਡਾਵਾਂ ਡੋਲ ਲੱਗ ਰਿਹਾ ਕੁਝ ਮਾਹਰਾਂ ਨੂੰ
ਤੁਸੀਂ ਵਿਸਥਾਰ ਦੇ ਵਿੱਚ ਆਪਣੇ ਸਰੋਤਿਆਂ ਨੂੰ ਉਸ ਖਬਰ ਦੇ ਬਾਰੇ ਦੱਸਿਓ। ਡਾਕਟਰ ਸਾਹਿਬ, ਰੁੱਖ ਕਰਦੇ ਹਾਂ ਜੀ ਅਗਲੀ ਖਬਰ ਵੱਲ, ਜਿਸ ਦਾ ਸੰਬੰਧ ਹੈ ਕੰਜ਼ਰਵੇਟਿਵ ਦੇ ਨਾਲ। ਫਾਰਮਰ ਕੰਜ਼ਰਵੇਟਿਵ ਸੈਨੇਟਰ ਦਾ ਕਹਿਣਾ ਕਿ ਕੰਜ਼ਰਵੇਟਿਵ ਪਾਰਟੀ ਫਿਰ ਤੋਂ ਫੁੱਟ ਵੱਲ ਵੱਧ ਰਹੀ ਆ ਤੇ ਉਹਨਾਂ ਕਿਹਾ ਕਿ ਉਹ ਪਾਰਟੀ ਦੇ ਭਵਿੱਖ ਨੂੰ ਲੈ ਕੇ ਕਾਫੀ ਜ਼ਿਆਦਾ ਚਿੰਤਤ ਨੇ। ਇਸ ਖਬਰ ਦੇ ਵਿਸਥਾਰ ਬਾਰੇ ਸਾਡੇ ਸਰੋਤਿਆਂ ਨੂੰ ਦੱਸੋ। ਦੇਖੋ, ਕੰਜ਼ਰਵੇਟਿਵ ਪਾਰਟੀ ਵੈਸੇ ਜਿੱਦਾਂ ਲਿਬਰਲ ਪਾਰਟੀ ਹੈ, ਤਕਰੀਬਨ ਉਹਨਾਂ ਦੀਆਂ ਪਾਲਿਸੀਜ਼ ਇਹੀ ਹੁੰਦੀਆਂ ਸੀ। ਪਹਿਲਾਂ 1980 ਦੇ ਵਿੱਚ ਜਦੋਂ ਮੀਚ ਲੇਕ ਐਗਰੀਮੈਂਟ ਸਾਈਨ ਕਰਨ ਲੱਗੇ ਸੀ, ਪਾਸ ਤਾਂ ਨਹੀਂ ਹੋਇਆ ਉਹ, ਉਸ ਵੇਲੇ ਇੱਕ ਧੜਾ ਉੱਠਿਆ ਵੈਸਟਰਨ ਕੈਨੇਡਾ ਦੇ ਵਿੱਚ, ਉਹਨਾਂ ਨੇ ਰਿਫਾਰਮ ਪਾਰਟੀ ਬਣਾਈ। ਇਹ ਬੰਦੇ ਸੀ ਕਿ ਘੱਟ ਗਿਣਤੀਆਂ ਨੂੰ ਨਫ਼ਰਤ, ਔਰਤਾਂ ਨਾਲ ਨਫ਼ਰਤ, ਮਤਲਬ ਤੁਸੀਂ ਲਿਸਟ ਲਾ ਕੇ ਰੱਖ ਲਓ, ਜਿਹਨੂੰ ਹੇਟ ਕਰਨ ਵਾਲੇ ਬੰਦੇ, ਉਹਨਾਂ ਨੂੰ ਜੇ ਪੁੱਛਿਆ ਜਾਵੇ ਤੁਸੀਂ ਕਿਸੇ ਦੇ ਹੱਕ ਦੇ ਵਿੱਚ ਵੀ ਆ, ਉਹ ਉਹਨਾਂ ਨੂੰ ਪਤਾ ਨਹੀਂ ਸੀ। ਇਹ ਭਾਰੀ ਗਰੁੱਪ ਐਕਚੁਅਲੀ ਹੋ ਗਿਆ। ਉਸ ਵੇਲੇ ਕੰਜ਼ਰਵੇਟਿਵ ਪਾਰਟੀ ਥੱਲੇ ਚਲ ਗਈ ਬਿਲਕੁਲ। ਉਹਦਾ ਰੀਜ਼ਨ ਹੀ ਸੀ ਕਿ ਯੌਂਕ ਰਚੀਆਂ ਸਾਹਿਬ ਦੇ ਲਿਬਰਲਸ ਮੁੜ ਕੇ ਜਿੱਤੇ ਰਹੇ, ਤਿੰਨ ਵਾਰ ਕੰਸੈਕਟਿਵ ਟਾਈਮ ਜਿੱਤੇ ਉਹ। ਤੇ ਫਿਰ ਸਟੀਫਨ ਹਾਰਪਰ ਤੇ ਪੀਟਰ ਮਕੇ ਨੇ ਇੱਕ ਸਮਝੌਤਾ ਕਰਕੇ ਦੋਏ ਪਾਰਟੀਆਂ ਫਿਰ ਦੁਬਾਰਾ ਇੱਕ ਕੀਤੀਆਂ। ਪਰ ਹੁਣ ਦੇਖੋ ਕਿ ਪਾਰਟੀਆਂ ਭਾਵੇਂ ਇੱਕ ਹੋ ਗਈਆਂ, ਉਹਨਾਂ ਦੇ ਵਿੱਚ ਮੈਂਬਰਸ਼ਿਪ ਤਾਂ ਅਜੇ ਵੀ ਰਿਫਾਰਮ ਵਾਲਿਆਂ ਦੇ ਜਿਹੜੇ ਨੰਬਰਸ ਆ ਇਹਨਾਂ ਦੇ ਬਹੁਤ ਆ, ਔਰ ਇਕੱਠੇ ਵੀ ਛੇਤੀ ਹੋ ਜਾਂਦੇ ਆ। ਜੇ ਕਿਸੇ ਨੂੰ ਨਫ਼ਰਤ ਕਰਨ ਵਾਲਿਆਂ ਨੂੰ ਇਕੱਠੇ ਕਰਨਾ ਹੋਵੇ, ਇਹ ਥੋੜਾ ਜਿਹਾ ਸੌਖਾ ਆ। ਅਕਲ ਵਾਲੇ ਬੰਦੇ ਇਕੱਠੇ ਕਰਨੇ ਔਖੇ ਹੁੰਦੇ ਆ। ਹਾਂਜੀ। ਸੋ ਇਹ ਹਰ ਇੱਕ ਜਗ੍ਹਾ ਤੇ, ਯਾਨੀ ਘਾਹ ਨੀਲਾ ਕਹਿਣ ਵਾਲੇ ਇਕੱਠੇ ਹੋ ਜਾਂਦੇ ਆ, ਘਾਹ ਨੂੰ ਹਰਾ ਕਹਿਣ ਵਾਲੇ ਘੱਟ ਇਕੱਠੇ ਹੁੰਦੇ ਆ। ਹਾਂਜੀ। ਸੋ ਹੁਣ ਵੀ ਇਹ ਖਤਰਾ ਪੈ ਰਿਹਾ ਉਹਨਾਂ ਨੂੰ ਕਿ ਕੰਜ਼ਰਵੇਟਿਵ ਪਾਰਟੀ ਜਿਹੜੇ ਖਾਸ ਤੌਰ ਤੇ ਪੀਅਰ ਪੋਲੀਵਰ ਆ ਨਾ, ਉਹ ਬਿਲਕੁਲ ਰਿਫਾਰਮ ਪਾਰਟੀ ਵਾਲੀਆਂ ਗੱਲਾਂ ਕਰਦੇ ਆ। ਕੰਜ਼ਰਵੇਟਿਵ ਪਾਰਟੀ ਦਾ ਜਿਹੜਾ ਟ੍ਰੈਡੀਸ਼ਨ ਆ, ਇਹ ਉਹੀ ਟ੍ਰੈਡੀਸ਼ਨ ਆ ਜਿਹੜਾ ਲਿਬਰਲ ਪਾਰਟੀ ਦਾ ਰਿਹਾ। ਇਹਨਾਂ ਨੇ ਕੈਨੇਡਾ ਪੈਦਾ ਕੀਤਾ। ਇਹਨਾਂ ਨੇ ਜਦੋਂ ਡੀਫਨਬੇਕਰ ਪ੍ਰਾਈਮ ਮਿਨਿਸਟਰ ਬਣੇ ਆ ਨਾ, ਪਹਿਲੀ ਵਾਰ ਕੈਨੇਡਾ ਦੇ ਸੰਵਿਧਾਨ ਦੇ ਵਿੱਚ, ਆਪਣੇ ਸਾਡੇ ਤਾਂ ਸੰਵਿਧਾਨ ਦੇ ਵਿੱਚ ਹਿਊਮਨ ਰਾਈਟਸ ਹੈ ਹੀ ਨਹੀਂ ਸੀ, ਫੰਡਾਮੈਂਟਲ ਰਾਈਟਸ ਹੈ ਨਹੀਂ ਸੀ ਪਹਿਲਾਂ ਸਾਡੇ। ਉਹਨਾਂ ਨੇ ਹਿਊਮਨ ਰਾਈਟਸ ਲੈਜਿਸਲੇਸ਼ਨ ਲੈ ਕੇ ਆਂਦੀ। ਪਹਿਲੇ ਬੰਦੇ ਸੀ, ਪਹਿਲੇ ਪ੍ਰਾਈਮ ਮਿਨਿਸਟਰ ਸੀ ਜਿਨ੍ਹਾਂ ਨੇ ਨੇਟਿਵ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ। ਪਹਿਲੇ ਪ੍ਰਾਈਮ ਮਿਨਿਸਟਰ ਸੀ ਜਿਨ੍ਹਾਂ ਨੇ ਇੱਕ ਰੇਸ਼ੀਅਲ ਕੋਟੇ ਦੀ ਕਲੌਜ਼ ਕੱਢੀ ਸਾਡੇ ਇਮੀਗ੍ਰੇਸ਼ਨ ਦੇ ਵਿੱਚੋਂ। ਤੇ ਫਿਰ ਜਿਹੜਾ ਮਲਟੀਕਲਚਰਲਿਜ਼ਮ ਦਾ ਰੌਲਾ ਪਾਉਂਦੇ ਆ, ਸਭ ਤੋਂ ਪਹਿਲਾਂ ਮਲਟੀਕਲਚਰਲਿਜ਼ਮ ਦੀ ਆਵਾਜ਼ ਉਠਾਈ ਤੇ ਇੱਕ ਸੈਨੇਟਰ ਨੇ ਜਿਹੜਾ ਕੰਜ਼ਰਵੇਟਿਵ ਪਾਰਟੀ ਦਾ ਹੁੰਦਾ ਸੀ, ਪੌਲ ਜੂਜ਼ਿਕ, ਯੂਕਰੇਨੀਅਨ ਕੈਨੇਡੀਅਨ ਸੀ, ਉਹਨੇ ਲੌਬੀ ਕੀਤਾ। ਉਹਦੀ ਲੌਬੀ ਦੀ ਬਦੌਲਤ ਹੈ ਕਿ ਮਲਟੀਕਲਚਰਲਿਜ਼ਮ ਸਾਡੇ ਕੋਲ ਅੱਜ ਹੈ। ਉਹਨੇ ਸ਼ੁਰੂ ਕਰਵਾਈ ਸੀ ਗੱਲ। ਹੁਣ ਇਹ ਜਿਹੜੀਆਂ ਪੋਜ਼ਿਟਿਵ ਗੱਲਾਂ ਨੇ ਸਾਰੀਆਂ, ਜਿਵੇਂ ਹੁਣ ਸਾਡੇ ਸਟੂਡੈਂਟਸ ਇੱਥੇ ਆਉਂਦੇ ਆ, ਇਹ ਐਕਚੁਅਲੀ ਹਾਰਪਰ ਸਰਕਾਰ ਨੇ ਇਮੀਗ੍ਰੇਸ਼ਨ ਪਾਲਿਸੀ ਬਣਾਈ ਸੀ। ਪਰ ਇਹ ਸਭ ਕੁਝ ਖੂਹ 'ਚ ਪੈ ਜਾਂਦਾ ਜਦੋਂ ਜਿਹੜੇ ਨਸਲਵਾਦੀ ਰਿਫਾਰਮਰ ਵਾਲੇ ਆ ਨਾ, ਪੁਰਾਣੇ ਆ, ਉਹ ਕੋਈ ਨਾ ਕੋਈ ਬਕਵਾਸ ਕਰਦੇ ਹੀ ਰਹਿੰਦੇ ਕਿਸੇ ਘੱਟ ਗਿਣਤੀਆਂ ਦੇ ਖਿਲਾਫ। ਹਾਂਜੀ। ਉਹਨਾਂ ਨੇ ਕੋਈ ਨਾ ਕੋਈ ਗੱਲ ਕਹਿਣੀ ਹੁੰਦੀ ਹੈ, ਬੋਲਣੀ ਹੁੰਦੀ ਹੈ। ਤਾਂ ਉਹਦੇ ਨਾਲ ਫਿਰ ਬੰਦੇ ਸੋਚਦੇ ਕਿ ਵਾਕਿਆ ਹੀ ਇਹ ਘੱਟ ਗਿਣਤੀਆਂ ਦੇ ਖਿਲਾਫ ਆ, ਇਹ ਔਰਤਾਂ ਦੇ ਖਿਲਾਫ ਆ, LGBT ਕਮਿਊਨਿਟੀ ਦੇ ਖਿਲਾਫ ਆ, ਸਾਰਿਆਂ ਦੇ ਖਿਲਾਫ ਹੀ ਖਿਲਾਫ ਆ। ਹਾਂਜੀ। ਹੱਕ 'ਚ ਕਿਸੇ ਦੇ ਨਹੀਂ, ਹੱਕ 'ਚ ਸ਼ਾਇਦ ਆਪਣੇ ਹੱਕ 'ਚ ਹੋਣ, ਇਹਦੇ ਬਾਰੇ ਉਹਨਾਂ ਨੂੰ ਭੁਲੇਖਾ ਆਇਆ ਸ਼ਾਇਦ। ਹਾਂਜੀ। ਤੇ ਉਹ ਸੈਨੇਟਰ ਨੇ ਹੁਣ ਕਿਹਾ ਕਿ ਜੇ ਪੀਅਰ ਪੋਲੀਵਰ ਜਿੱਤ ਜਾਂਦਾ, ਦਾ ਪੈਟਰਿਕ ਬਰਾਊਨ ਮੇਅਰ ਆ ਅੱਜ ਕੱਲ੍ਹ ਉੱਥੇ ਬਰੈਂਪਟਨ ਦੇ, ਹਾਂਜੀ, ਉਹ ਵੀ ਕੈਂਡੀਡੇਟ ਆ। ਉਹਨਾਂ ਨੇ ਕਹਿ ਦਿੱਤਾ ਕਿ ਜੇ ਪੀਅਰ ਪੋਲੀਵਰ ਜਿੱਤਦਾ, ਮੈਂ ਕਦੇ ਵੀ ਇਲੈਕਸ਼ਨ ਨਹੀਂ ਲੜੂੰਗਾ ਇਹਨਾਂ ਨਾਲ, ਮੈਂ ਮੇਅਰ ਹੀ ਬਣ ਜਾਣਾ ਮੁੜ ਕੇ, ਦੈਟਸ ਓਕੇ। ਮਤਲਬ ਇਹ ਸਪਲਿਟ ਜਿਹੜੀ ਆ, ਉਹਦੇ ਇੰਡੀਕੇਸ਼ਨਸ ਪਹਿਲਾਂ ਹੀ ਹੈਗੀਆਂ। ਹਾਂਜੀ। ਤੇ ਇਹ ਸਪਲਿਟ ਦਾ ਫਾਇਦਾ ਜਸਟਿਨ ਟਰੂਡੋ ਉਹਨਾਂ ਨੂੰ, ਲਿਬਰਲ ਪਾਰਟੀ ਨੂੰ ਹੋਣਾ ਕਿ ਇਹਨਾਂ ਦੇ ਹੱਥ ਤੇ ਪਾਵਰ ਆਈ ਆ ਕਿ ਦੂਸਰੀ ਸਾਡੀ ਵਿਰੋਧੀ ਧਿਰ ਜਿਹੜੀ ਆ ਉਹ ਵੰਡੀ ਆ। ਹਾਂਜੀ। ਤੇ ਇਹਦੀਆਂ ਉਹ ਭੰਗੜੇ ਪਾਉਣੇ ਲੱਗੇ ਹੋਣੇ ਆਟਵਾ ਦੇ ਵਿੱਚ ਇਸ ਵੇਲੇ। ਜੀ ਡਾਕਟਰ ਸਾਹਿਬ, ਰੁੱਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਡਾਕਟਰ ਸਾਹਿਬ ਦੇਖੋ, ਪਹਿਲਾਂ ਟਰਕੀ ਇਤਰਾਜ਼ ਕਰ ਰਿਹਾ ਸੀਗਾ ਕਿ ਸਵੀਡਨ ਤੇ ਫਿਨਲੈਂਡ ਨੂੰ ਨੈਟੋ 'ਚ ਸ਼ਾਮਲ ਨਹੀਂ ਕਰਨਾ, ਕਿਉਂਕਿ ਉਹਨਾਂ ਦੇ ਆਪਣੇ ਆਬਜੈਕਸ਼ਨ ਸੀਗੇ।
ਤੇ ਹੁਣ ਉਹ ਵੀ ਸਹਿਮਤ ਹੋ ਗਏ ਆ ਤੇ ਉਹਨਾਂ ਨੇ ਹੁਣ ਜਿਹੜੇ ਨੈਟੋ ਦੇ ਮੈਂਬਰ ਦੇਸ਼ ਹੈਗੇ ਉਹਨਾਂ ਨੇ ਅਧਿਕਾਰਤ ਤੌਰ ਤੇ ਸਵੀਡਨ ਤੇ ਫਿਨਲੈਂਡ ਨੂੰ ਨੈਟੋ 'ਚ ਸ਼ਾਮਲ ਹੋਣ ਦਾ ਸੱਦਾ ਦੇ ਦਿੱਤਾ। ਹੁਣ ਤੁਸੀਂ ਸਾਰੀ ਖਬਰ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਜਦੋਂ ਪਹਿਲਾਂ ਵੀ ਟਰਕੀ ਵਾਲਿਆਂ ਨੇ ਉਹਨਾਂ ਨੂੰ ਕਿਹਾ ਸੀ ਕਿ ਸਵੀਡਨ ਤੇ ਫਿਨਲੈਂਡ ਕਦੇ ਵੀ ਨੇਟੋ 'ਚ ਨਹੀਂ ਆ ਸਕਦੇ, ਉਦੋਂ ਵੀ ਕਈ ਆਲੋਚਕ ਕਹਿੰਦੇ ਸੀ ਕਿ ਇਹਨਾਂ ਨੇ ਕੁਝ ਲੈਣਾ ਹੋਣਾ ਟਰਕੀ ਨੇ, ਕਿਉਂਕਿ ਆਬਜੈਕਸ਼ਨ ਜਿਹੜਾ ਲਾਇਆ ਸੀ ਉਹ ਕੀ ਸੀ ਕਿ ਸਵੀਡਨ ਤੇ ਫਿਨਲੈਂਡ ਨੇ ਕੁਛ ਇੱਕ ਕਰਡਿਸ਼ ਲੋਕਾਂ ਨੂੰ ਪਨਾਹ ਦਿੱਤੀ ਹੈ। ਹਾਂਜੀ, ਜਿਨ੍ਹਾਂ ਦੇ ਵਿੱਚ ਕਿ ਉਹਨਾਂ ਦੀ ਕਰਡਿਸ਼ ਵਰਕਰਸ ਪਾਰਟੀ ਦੇ ਨੁਮਾਇੰਦੇ ਵੀ ਬੈਠੇ। ਹੁਣ ਇਹ ਤਾਂ ਉਹਨਾਂ ਨੇ ਹਾਥੀ ਦੇ ਦੰਦ ਦਿਖਾਉਣ ਵਾਲੇ ਆ ਨਾ। ਹਾਂਜੀ, ਅਸਲੀ ਗੱਲ ਤਾਂ ਸੀਗੀ ਕਿ ਅਸੀਂ ਅੜਿੱਕਾ ਪਾਵਾਂਗੇ ਤੇ ਸਾਨੂੰ ਕੁਝ ਦੇਣਗੇ ਬਾਅਦ ਦੇ ਵਿੱਚ, ਜਿਹੜਾ ਉਹਨਾਂ ਨੇ ਹੁਣ ਦਿੱਤਾ ਹੋਣਾ ਕੁਝ ਸਾਨੂੰ ਨਹੀਂ ਦੱਸਣਾ ਇਹਨਾਂ ਨੇ। ਹਾਂਜੀ, ਜੇ ਕਿਤੇ ਵਿਕੀਲੀਕਸ ਦੇ ਵਿੱਚ ਆ ਗਈ ਤਾਂ ਪਤਾ ਕੋਈ ਨਹੀਂ, ਜੇ ਡਾਕੂਮੈਂਟਸ ਲੀਕ ਹੋਏ ਤਾਂ ਪਰ ਉਦਾਂ ਵੈਸੇ ਕੁਛ ਨਾ ਕੁਛ ਮਿਲਿਆ ਹੋਣਾ। ਪਹਿਲੀ ਗੱਲ ਤਾਂ ਇਹ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਲੀ ਗੱਲ ਹੈ ਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਸਵੀਡਨ ਤੇ ਫਿਨਲੈਂਡ ਮੰਨ ਗਏ ਆ ਕਿ 33 ਲੋਕਾਂ ਦੀ ਅਸੀਂ ਲਿਸਟ ਦਿੱਤੀ ਉਹਨਾਂ ਨੂੰ, ਉਹ ਸਾਡੇ ਕੋਲ ਭੇਜਣਗੇ ਉਹਨਾਂ ਨੂੰ। ਇਹ ਸਭ ਤੋਂ ਜਿਹੜਾ ਮੀਡੀਆ ਵੀ ਜਿਹੜਾ ਖਬਰ ਦੇ ਰਿਹਾ ਉਹਨਾਂ ਨੂੰ ਪਤਾ ਆ ਕਿ ਫਿਨਲੈਂਡ ਤੇ ਸਵੀਡਨ ਜਿੱਥੇ ਕਿ ਉਹਨਾਂ ਨੇ ਪਨਾਹ ਲਈ ਆ ਉਹ ਕਦੇ ਵੀ ਉਹਨਾਂ ਨੂੰ ਐਕਸਟਰਾਡਾਈਟ ਨਹੀਂ ਕਰ ਸਕਦੇ, ਕਿਉਂਕਿ ਇਹਨਾਂ ਦੇ ਕੋਲ ਅਧਿਕਾਰ ਆ ਯੂਰਪੀਅਨ ਹਿਊਮਨ ਰਾਈਟਸ ਕਮਿਸ਼ਨ ਦੇ ਕੋਲ ਜਾਣ ਦਾ। ਜੇ ਤੁਸੀਂ ਇੱਥੇ ਕੈਨੇਡਾ ਦੇ ਵਿੱਚ ਵੀ ਕੋਈ ਆਇਆ ਹੈ ਨਾ ਪਨਾਹ ਲੈ ਕੇ, ਤੇ ਉਹ ਸਾਨੂੰ ਕੋਈ ਦੂਜਾ ਦੇਸ਼ ਕਹੇ ਕਿ ਇਹਨਾਂ ਨੂੰ ਪਨਾਹ ਤੁਸੀਂ ਕਿਉਂ ਦਿੱਤੀ ਹੈ, ਅਸੀਂ ਉਹਨਾਂ ਨੂੰ ਐਕਸਟਰਾਡਾਈਟ ਨਹੀਂ ਕਰਦੇ, ਕਦੇ ਵੀ ਉਹਨਾਂ ਨੂੰ ਇੱਥੋਂ ਵਾਪਸ ਨਹੀਂ ਭੇਜਦੇ ਜੀ। ਉਹ ਕਹਿੰਦੇ ਤੁਹਾਡੇ ਤੋਂ ਡਰ ਕੇ ਤੁਸੀਂ ਇਹਨਾਂ ਦੀ ਲੈਂਗੁਏਜ ਮਾਰਦੇ ਸੀ, ਤੁਸੀਂ ਇਹਨਾਂ ਦੇ ਧਰਮ ਦੇ ਖਿਲਾਫ ਸੀ, ਤੁਸੀਂ ਇਹਨਾਂ ਦੀ ਐਥਨੀਸਿਟੀ ਦੇ ਖਿਲਾਫ ਸੀ, ਤੁਸੀਂ ਇਹਨਾਂ ਦੇ ਪੋਲੀਟੀਕਲ ਓਪੀਨੀਅਨ ਦੇ ਖਿਲਾਫ ਸੀ, ਤਾਂ ਕਰਕੇ ਅਸੀਂ ਸ਼ਰਨ ਦਿੱਤੀ ਇਹਨਾਂ ਨੂੰ। ਹੁਣ ਉਹਨਾਂ ਦੇ ਕੋਲ ਵਾਪਸ ਥੋੜ੍ਹਾ ਭੇਜ ਸਕਦੇ ਕਦੇ। ਯੂਰਪੀਅਨ ਹਿਊਮਨ ਰਾਈਟਸ ਕਮਿਸ਼ਨ ਕਦੇ ਵੀ ਉਹਨਾਂ ਨੂੰ ਵਾਪਸ ਨਹੀਂ ਜਾਣ ਦੇਊਗਾ। ਹਾਂ, ਜੇ ਟਰਕੀ ਦੇ ਕੋਲ ਇਹ ਸਬੂਤ ਹੈਗਾ ਕਿ ਇਹਨਾਂ 33 ਬੰਦਿਆਂ ਦੀ ਜਿਹੜੀ ਲਿਸਟ ਦਿੱਤੀ ਆ ਇਹਨਾਂ ਨੇ ਕੋਈ ਕ੍ਰਿਮੀਨਲ ਕਾਰਵਾਈਆਂ ਕੀਤੀਆਂ ਉੱਥੇ, ਉਹ ਪੁਖਤਾ ਸਬੂਤ ਹੋਣੇ ਚਾਹੀਦੇ ਆ ਜਿਹੜੇ ਕੋਰਟ ਦੇ ਵਿੱਚ ਸ਼ਾਮਲ ਕੀਤੇ ਜਾਣ, ਔਰ ਕੋਰਟਸ ਫਿਰ ਜੱਜ ਕਰਨਗੀਆਂ ਦੋਏ ਸਵੀਡਨ ਦੀਆਂ ਤੇ ਫਿਨਲੈਂਡ ਦੀਆਂ ਕਿ ਕੀ ਇਹਨਾਂ ਦੇ ਸਬੂਤ ਜਿਹੜੇ ਆ ਉਹ ਵਾਕਿਆ ਹੀ ਇਹਨਾਂ ਕ੍ਰਿਮੀਨਲਸ ਨੂੰ ਫੜਨ ਜੋਗੇ ਹੈਗੇ, ਅਸੀਂ ਵਾਕਿਆ ਹੀ ਉਹਨਾਂ ਨੂੰ ਗਿਲਟੀ ਕਹਿ ਸਕਦੇ ਹਾਂ। ਫਿਰ ਤੁਸੀਂ ਐਕਸਟ੍ਰੈਡੀਸ਼ਨ ਦੀ ਸ਼ੁਰੂ ਹੁੰਦੀ ਕਾਰਵਾਈ। ਤੇ ਇਹ ਖਬਰ ਇਸ ਤਰੀਕੇ ਨਾਲ ਟਰਕੀ ਵਾਲੇ ਵੀ ਹੁਣ ਪੇਸ਼ ਕਰ ਰਹੇ ਆ ਕਿ ਅਸੀਂ 33 ਬੰਦਿਆਂ ਦੀ ਲਿਸਟ ਦਿੱਤੀ, ਉਹਨਾਂ ਨੇ ਕੱਲ ਨੂੰ ਸਾਡੇ ਚੱਕ ਕੇ ਉਹਨਾਂ ਨੂੰ ਭੇਜ ਦੇਣਾ। ਇਹ ਕੱਲ੍ਹ ਕੁੱਲੂ ਵਾਲੀ ਕੋਈ ਗੱਲ ਨਹੀਂ ਹੁੰਦੀ। ਇੱਥੋਂ ਬੰਦਾ ਐਕਸਟ੍ਰਾਡਾਈਟ ਕਰਨਾ ਨਾ, ਈਵਨ ਕ੍ਰਿਮੀਨਲ ਰੈਕਡ ਵਾਲਾ, ਇੱਕ ਇੰਡੀਆ ਦੇ ਵਿੱਚੋਂ ਬਹੁਤ ਚਿਰ ਪਹਿਲਾਂ ਅੰਮ੍ਰਿਤਸਰ ਤੋਂ ਲਾਹੌਰ ਨੂੰ ਅਗਵਾ ਕੀਤਾ ਸੀ ਇੰਡੀਅਨ 에ਅਰਲਾਈਨਸ ਦਾ ਪਲੇਨ। ਉਹ ਜਿਸ ਬੰਦੇ ਨੇ ਅਗਵਾ ਕੀਤਾ ਸੀ, ਪਾਕਿਸਤਾਨ ਵਾਲਿਆਂ ਨੇ ਉਹਨਾਂ ਨੂੰ ਲੀਨੀਅੰਸੀ ਦਿਖਾਈ, ਉਹਦਾ ਚਾਰਜ ਤਾਂ ਕੀਤਾ ਪਰ ਕੋਈ ਜਿੱਦਾਂ ਉਹ ਸਜ਼ਾਏ ਮੌਤ ਦਿੰਦੇ ਹੁੰਦੇ ਆ ਉਹ ਕੁਛ ਨਹੀਂ ਕੀਤਾ, ਉੱਥੋਂ ਉਠਾਤਾ ਵਾ ਐਕਚੁਅਲੀ ਉਹਨਾਂ ਨੇ। ਉਹ ਕੈਨੇਡਾ ਦੇ ਵਿੱਚ ਆ ਕੇ ਉਹਨਾਂ ਨੇ ਸ਼ਰਨਾਰਥ ਲਈ, ਉਹ ਕਾਮਯਾਬ ਹੋ ਗਏ, ਰਿਫਿਊਜੀ ਬਣੇ। ਪਰ ਬਾਅਦ ਦੇ ਵਿੱਚ ਐਕਸਟ੍ਰੈਡੀਸ਼ਨ ਟ੍ਰੀਟੀ ਦੇ ਨਾਲ ਇੰਡੀਆ ਵਾਲਿਆਂ ਨੇ ਉਹਦਾ ਮੰਗਿਆ ਕਿ ਸਾਡੇ ਕੋਲ ਭੇਜੋ। ਉਸ ਬੰਦੇ ਨੂੰ ਤਕਰੀਬਨ 20 ਸਾਲ ਲੱਗੇ ਇੱਥੇ ਅਪੀਲਾਂ ਦੇ ਥਰੂ ਜਾਣ ਨੂੰ, ਫਿਰ ਫਾਈਨਲੀ ਭੇਜਿਆ, ਕਿਉਂਕਿ ਇਹ ਇੱਕ ਬਹੁਤ ਵੱਡਾ ਅਪਰਾਧ ਆ ਕਿ ਹਾਈਜੈਕ ਕਰਨਾ ਪਲੇਨ ਨੂੰ। ਤੁਸੀਂ ਦੇਖੋ ਕਿੰਨੇ ਲੋਕਾਂ ਦੀ ਜਾਨ ਨੂੰ ਖਤਰੇ 'ਚ ਪਾ ਰਹੇ। ਹਾਂਜੀ, ਮਤਲਬ ਇੱਕ ਬੰਦੇ ਨੂੰ ਤੁਸੀਂ ਫੜ ਲੈਣੇ ਜੁਦੀ ਗੱਲ ਹੈ, ਤੁਸੀਂ 200 ਬੰਦੇ ਨੂੰ ਫੜ ਕੇ ਇਦਾਂ ਘੁਮਾ ਰਹੇ ਆ, ਹੋ ਸਕਦਾ ਉਹ ਮਰ ਜਾਣ ਜੀ, ਤੁਸੀਂ 200 ਮੌਤਾਂ ਦੇ ਜ਼ਿੰਮੇਵਾਰ ਹੈ। ਸੋ ਵੱਡਾ ਇਸ ਤਰ੍ਹਾਂ ਦੇ ਸ਼ਾਇਦ ਕੋਈ ਉਹਨਾਂ ਦੇ ਕੋਲ ਕ੍ਰਿਮੀਨਲ ਰੈਕਡ ਹੋਵੇ ਤਾਂ ਉਹਦੇ ਨਾਲ ਵੀ ਜਿੰਨਾ ਪ੍ਰੋਸੈਸ ਜਿੱਦਾਂ ਸਾਡੇ ਚੱਲਦਾ ਹੈ ਇਸੇ ਤਰ੍ਹਾਂ ਦਾ ਫਿਨਲੈਂਡ ਦੇ ਵਿੱਚ ਤਾਂ ਸਵੀਡਨ ਚੱਲਣਾ, ਉਹਦੇ ਨਾਲ 15-20 ਸਾਲ ਲੱਗਣੇ ਆ। ਇਟਸ ਅ ਲੌਂਗ ਪ੍ਰੋਸੈਸ ਜੇ ਇਹਨਾਂ ਦੇ ਕੋਲ ਹੋਵੇ। ਅਜੇ ਤਾਈਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਹਨਾਂ ਦੇ ਕੋਲ ਕੋਈ ਪ੍ਰੂਫ ਹੈਗਾ। ਸੋ ਗੱਲ ਨੂੰ ਲੁਕਾਉਣ ਲਈ ਇਹ 33 ਲੋਕਾਂ ਦੀ ਲਿਸਟ ਦਾ
ਐਵੇਂ ਦਿਖਾਵਾ ਕਰ ਰਹੇ ਆ, ਹਾਥੀ ਦੇ ਜਿਹੜੇ ਦੰਦ ਦਿਖਾਲਣ ਵਾਲੇ ਆ। ਵੈਸੇ ਇਹਨਾਂ ਨੇ ਅੰਦਰੋਂ ਅੰਦਰ ਹੀ ਕੋਈ ਸਮਝੌਤਾ ਕੀਤਾ ਹੈ, ਪੈਸੇ ਲਏ ਆ, ਇਹਨਾਂ ਨੂੰ ਵੈਪਨ ਦਿੱਤੇ ਆ, ਕੀ ਦਿੱਤਾ ਉਹ ਰੱਬ ਜਾਣੇ। ਹਾਂਜੀ, ਰੱਬ ਨੂੰ ਜੇ ਕੋਈ ਫੋਨ ਕਰਕੇ ਪੁੱਛ ਸਕਦਾ ਤਾਂ ਉਹਨੂੰ ਪਤਾ ਹੋਣਾ। ਜੀ ਡਾਕਟਰ ਸਾਹਿਬ ਤੁਸੀਂ ਬਿਲਕੁਲ ਸਹੀ ਕਿਹਾ ਕਿ ਅੰਦਰ ਖਾਤੇ ਤਾਂ ਕੋਈ ਪੱਕਾ ਡੀਲ ਹੋਈ ਆ, ਨਹੀਂ ਤਾਂ ਫਿਰ ਜਿੱਦਾਂ ਇੰਨੇ ਦਿਨਾਂ ਤੋਂ ਟਰਕੀ ਨੇ ਇਸ਼ੂ ਬਣਾਇਆ ਹੋਇਆ ਸੀ ਕਿ ਉਹਨੇ ਮੰਨਣਾ ਨਹੀਂ, ਤੇ ਹੁਣ ਅਚਾਨਕ ਤੋਂ ਹੀ ਉਹਨਾਂ ਨੇ ਕਹਿ ਦਿੱਤਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਰੁਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਡਾਕਟਰ ਸਾਹਿਬ ਚਾਈਨਾ ਨੇ G7 ਸਮਿਟ ਦਾ ਮਜ਼ਾਕ ਉਡਾਇਆ। ਉਹ ਕਹਿੰਦੇ ਆ ਕਿ ਜਿਹੜਾ ਵੈਸਟ ਹੈ ਆਪਣੇ ਆਪ ਨੂੰ ਕਾਫੀ ਜ਼ਿਆਦਾ ਸ਼ਕਤੀਸ਼ਾਲੀ ਸਮਝਦੇ ਨੇ। ਵੈਸੇ ਨਾ ਵੀ ਇਹ ਕਿਸੇ ਗਿਣਤੀ 'ਚ ਨਹੀਂ ਆਉਂਦੇ ਹੈਗੇ, ਸਿਰਫ ਆਪਣੇ ਮਨ ਨੂੰ ਖੁਸ਼ ਕਰਨ ਦੇ ਲਈ ਇਹਨਾਂ ਦੀਆਂ ਆਪਣੀਆਂ ਹੀ ਇਹ ਹੈਗੀਆਂ ਨੇ ਇਮੈਜੀਨੇਸ਼ਨ। ਚਾਈਨੀਜ਼ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਇੱਕ ਪਿਕਚਰ ਵੀ ਸ਼ੇਅਰ ਕੀਤੀ ਤੇ ਉਹਨਾਂ ਨੇ ਕਿਹਾ ਕਿ ਇੰਟਰਨੈਸ਼ਨਲ ਸੁਸਾਇਟੀ ਵਜੋਂ ਜਾਣੇ ਜਾਂਦੇ ਸੋ ਕਾਲਡ ਜਿਹੜੇ G7 ਦੇਸ਼ ਹੈਗੇ ਆ, ਅਸਲ ਦੇ ਵਿੱਚ ਵਰਲਡ ਦੀ ਪਾਪੂਲੇਸ਼ਨ ਦਾ ਛੋਟਾ ਜਿਹਾ ਪਰਸੈਂਟੇਜ ਹੀ ਆ। ਉਹਨਾਂ ਨੇ ਆਪਣੇ ਆਪ ਨੂੰ ਇਹ ਕਹਿੰਦੇ ਆ ਅਸੀਂ ਅੰਤਰਰਾਸ਼ਟਰੀ ਸਮਾਜ ਆ G7 ਦੇ ਵਿੱਚ। ਹਾਂਜੀ, ਪਹਿਲੀ ਗੱਲ ਅਸੀਂ G7 ਦੀ ਗੱਲ ਕੀਤੀ ਸੀ ਕਿ ਇਹਨਾਂ ਦੀ ਇਕਨੋਮੀ ਵੀ ਕੋਈ ਵੱਡੀ ਨਹੀਂ ਹੈ। ਹਾਂਜੀ, ਖਾਸ ਤੌਰ ਤੇ ਕੈਨੇਡਾ ਵਾਲੇ ਨਾਲ ਤੁਰੇ ਫਿਰਦੇ ਆ, ਇਹਨਾਂ ਨੂੰ ਤਾਂ ਬਿਠਾ ਲੈਣਾ ਨਹੀਂ ਚਾਹੀਦਾ ਉੱਥੇ। ਹਾਂਜੀ, ਇਟਲੀ ਵਾਲੇ ਤੁਰੇ ਫਿਰਦੇ, ਉਹਨਾਂ ਨੂੰ ਵੀ ਉਹਨਾਂ ਦੀ ਇਕਨੋਮੀ ਵੀ ਛੋਟੀ ਹੈ। ਜੇ GDP ਨੂੰ ਅਮਰੀਕਨ ਡਾਲਰਸ ਦੇ ਵਿੱਚ ਦੇਖਦੇ ਆ ਤੇ ਜੇ PPP ਇੰਡੈਕਸ ਦੇਖਦੇ ਆ ਤਾਂ ਫਿਰ ਸਿਰਫ ਤੇ ਸਿਰਫ ਇਹਨਾਂ ਦੇ ਜਾਪਾਨ, ਜਰਮਨੀ ਤੇ ਅਮਰੀਕਾ ਹੀ ਹੋਣੇ ਚਾਹੀਦੇ ਆ। ਅੱਛਾ, ਹੁਣ ਗੱਲ ਕਰਦੇ ਆ ਉਹ ਚੀਨ ਵਾਲੇ ਕਿਉਂ ਹੱਸਦੇ ਆ ਕਿ ਉਹ ਕਹਿੰਦੇ ਇਹਨਾਂ ਦੀ ਸਾਰਿਆਂ ਦੀ ਪਾਪੂਲੇਸ਼ਨ ਹੈਗੀ ਆ 777 ਮਿਲੀਅਨ। ਹਾਂਜੀ, ਤੇ ਇੱਕ ਆਰਗੇਨਾਈਜੇਸ਼ਨ ਬਣਾਈ ਆ ਬ੍ਰਾਜ਼ੀਲ, ਰਸ਼ੀਆ, ਇੰਡੀਆ ਤੇ ਚਾਈਨਾ ਨੇ, ਬ੍ਰਿਕਸ ਜਿਹਨੂੰ ਕਹਿੰਦੇ ਆ। ਹਾਂਜੀ, ਤੇ ਉਹਦੇ ਵਿੱਚ ਸਾਊਥ ਅਫਰੀਕਾ ਵੀ ਬਾਅਦ ਵਿੱਚ ਸ਼ਾਮਲ ਕੀਤਾ। ਇਹ 5 ਮੁਲਕਾਂ ਦੀ ਪਾਪੂਲੇਸ਼ਨ ਹੈਗੀ ਆ 3200 ਮਿਲੀਅਨ। ਉਹਨਾਂ ਦੇ ਵਿੱਚ ਕਿਉਂਕਿ ਕਾਲੇ ਆ, ਭੂਰੇ ਆ, ਪੀਲੇ ਰੰਗ ਦੇ ਆ, ਉਹਨਾਂ ਨੂੰ ਬੰਦੇ ਹੀ ਨਹੀਂ ਸਮਝਦੇ। 777 ਮਿਲੀਅਨ ਨੂੰ ਇੰਟਰਨੈਸ਼ਨਲ ਕਮਿਊਨਿਟੀ ਕਹਿੰਦੇ ਆ, ਤਾਂ ਬ੍ਰਿਕਸ ਨੂੰ ਇਹ ਮੰਨਣ ਲਈ ਤਿਆਰ ਨਹੀਂ। ਤੇ ਚਾਈਨਾ ਵਾਲਿਆਂ ਨੇ ਕਾਫੀ ਮਜ਼ਾਕ ਉਡਾਇਆ ਇਸ ਗੱਲ ਦਾ ਕਿ ਨਾ ਤਾਂ ਤੁਹਾਡੀ ਇਕਨੋਮੀ ਵੱਡੀ ਆ ਤੇ ਨਾ ਹੀ ਤੁਹਾਡੀ ਪਾਪੂਲੇਸ਼ਨ ਵੱਡੀ ਆ। ਹਾਂਜੀ, ਤੇ ਤੁਸੀਂ ਇੰਟਰਨੈਸ਼ਨਲ ਕਮਿਊਨਿਟੀ ਕਿੱਥੋਂ ਬਣ ਗਏ? ਹਾਂਜੀ, ਉਹ ਕਹਿੰਦੇ ਵੀ ਕਿਸ ਚੀਜ਼ ਦੇ ਸਿਰ ਤੇ ਇੰਨੀਆਂ ਛਾਲਾਂ ਮਾਰਦੇ ਆ। ਉਹਨਾਂ ਨੇ ਬਹੁਤ ਜ਼ਿਆਦਾ ਇਸ ਸੋਸ਼ਲ ਮੀਡੀਆ ਤੇ ਵੀ ਡਾਕਟਰ ਸਾਹਿਬ ਇਸ ਚੀਜ਼ ਦੇ ਬਾਰੇ ਕਾਫੀ ਜ਼ਿਆਦਾ ਲੋਕਾਂ ਨੇ ਨਾ 9 ਚੋਂ ਨਾ 13 ਚੋਂ ਨਾ 3 ਚੋਂ ਨਾ 13 ਚ ਡਾਕਟਰ ਸਾਹਿਬ ਨਾ 3 ਚੋਂ ਨਾ 13 ਚੋਂ ਉਹਨਾਂ ਨੇ ਇਹ ਕਿਹਾ। ਠੀਕ ਆ। ਸੋ ਹੁਣ ਤੁਸੀਂ ਇਹ ਦੇਖੋ ਵੀ ਇਹਨਾਂ ਨੂੰ ਤਾਂ ਆਪਣੇ ਆਪ ਤੇ ਬਹੁਤ ਪ੍ਰਾਊਡ ਸੀਗਾ G7 ਸਮਿਟ ਜਦੋਂ ਇਹ ਕਰਨ ਲੱਗੇ ਨੇ ਕਿ ਅਸੀਂ ਵੱਡੇ ਵੱਡੇ ਫੈਸਲੇ ਕਰਨੇ ਆ, ਅਸੀਂ ਬਦਲ ਕੇ ਰੱਖ ਦੇਣਾ ਜਿਹੜਾ ਸਾਰਾ ਵਰਲਡ ਦੀ ਇਕਨੋਮੀ ਹੈਗੀ ਉਹਨੂੰ ਵੀ ਚੇਂਜ ਕਰਕੇ ਰੱਖ ਦੇਣਾ। ਤੇ ਪਰ ਚਾਈਨਾ ਨੇ ਇੱਕੋ ਹੀ ਝਟਕੇ ਦੇ ਵਿੱਚ ਇਹਨਾਂ ਦੀ ਜਿਹੜੀ ਸਾਰੀ ਇੰਨੀ ਸੀਰੀਅਸ ਡਿਸਕਸ਼ਨ ਸੀ ਇਹਨੂੰ ਉਹਨਾਂ ਨੇ ਇੱਕੋ ਹੀ ਝਟਕੇ ਦੇ ਵਿੱਚ ਬਿਲਕੁਲ ਮਜ਼ਾਕ ਜਿਹਾ ਬਣਾ ਕੇ ਰੱਖ ਦਿੱਤਾ। ਦੇਖੋ ਦੋ ਹੀ ਚੀਜ਼ਾਂ ਦੇਖਣ ਵਾਲੀਆਂ ਨੇ, ਇੱਕ ਤਾਂ ਇਕਨੋਮੀ ਦੇਖਣ ਵਾਲੀ ਹੈ ਕਿ ਕੀ ਇਹਨਾਂ ਦੀ ਇਕਨੋਮੀ ਵੱਡੀ ਹੈਗੀ ਜਾਂ ਨਹੀਂ। ਹਾਂਜੀ, ਉਹ ਵੀ ਸਵਾਲਿਆ ਚਿੰਨ੍ਹ ਆ। 3 ਮੁਲਕਾਂ ਤੋਂ ਬਿਨਾਂ ਜਰਮਨੀ, ਜਾਪਾਨ ਤੇ USA, ਇਹ ਠੀਕ ਹੈ, ਇਹ ਵੱਡੇ ਮੁਲਕ ਆ, ਇਹਨਾਂ ਦੀ ਇਕਨੋਮੀ ਤਕੜੀ ਆ। ਬਾਕੀ ਦੇ 4 ਤਾਂ ਉਹ ਜਿਹੜੇ ਕਿਡੀ ਟੇਬਲ ਤੇ ਬੈਠਣ ਵਾਲੇ ਆ ਵੈਸੇ। ਹਾਂਜੀ, ਜਿੱਦਾਂ ਫਰਾਂਸ ਦਾ ਪ੍ਰੈਜ਼ੀਡੈਂਟ ਕਹਿੰਦਾ ਸੀ ਕਿ ਇਹਨੂੰ ਕਿਡੀ ਟੇਬਲ ਦੇ ਦਿਓ, ਇਹਨਾਂ ਨੂੰ ਬੱਚਿਆਂ ਵਾਲਾ ਟੇਬਲ ਦੇ ਦਿਓ ਛੋਟਾ। ਹਾਂਜੀ, ਤੇ ਇਹ ਆਪ ਵੀ ਬੱਚਿਆਂ ਵਾਲੇ ਟੇਬਲ ਤੇ ਬੈਠਣ ਵਾਲੇ ਆ। ਹਾਂਜੀ, ਤੇ ਦੂਸਰਾ ਇਹਨਾਂ ਦੀ ਪਾਪੂਲੇਸ਼ਨ ਬਹੁਤ ਘੱਟ ਹੈ। ਹਾਂ ਠੀਕ ਹੈ, ਜਾਂ ਇਹ ਕਹਿਣ ਵੀ ਇੱਕ ਗੋਰਾ ਜਿਹੜਾ 5 ਬੰਦਿਆਂ ਦੇ ਬਰਾਬਰ ਹੈ। ਹਾਂਜੀ, ਫੇਰ ਤਾਂ ਬਿੱਲੀ ਥੈਲਿਓਂ ਬਾਹਰ ਆਵੇ ਨਾ। ਜੀ ਜੀ ਬਿਲਕੁਲ। ਅਸਲੀ ਗੱਲ ਤਾਂ ਇਹੀ ਕਹਿਣੀ ਚਾਹੁੰਦੇ ਆ ਵੀ ਅਸੀਂ ਗੋਰੇ ਆ। ਹਾਂਜੀ, ਸਾਡੀ ਇਹ ਸਿਰਫ ਗੋਰੇ ਲੋਕਾਂ ਦੀ ਆਰਗੇਨਾਈਜੇਸ਼ਨ। ਹਾਂਜੀ, ਬ੍ਰਿਕਸ ਜਿਹੜੀ ਆ ਉਹਦੇ ਵਿੱਚ ਕਾਲੇ ਵੀ ਆ, ਉਹਦੇ ਵਿੱਚ ਭੂਰੇ ਵੀ ਆ, ਪੀਲੇ ਵੀ ਆ, ਉਹ ਚਿੱਟੇ ਵੀ ਆ। ਹਾਂਜੀ, ਉਹਦੇ ਚ ਸਾਰੇ ਰੰਗਾਂ ਦੇ ਹੈਗੇ ਆ। ਡਾਕਟਰ ਸਾਹਿਬ ਜੀ ਹੁਣ ਆਪਾਂ ਰੁਕ ਕਰਦੇ ਅਗਲੀ ਖਬਰ ਵੱਲ। ਆਪਾਂ ਗੱਲਬਾਤ ਕਰਦੇ ਹਾਂ ਜੀ ਲਿਜ਼ ਟਰੱਸ ਦੀ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਨੇ ਹਿਊਮਨ ਰਾਈਟਸ ਦਾ ਕਿਹੜਾ ਜਿਹੜਾ ਇਸ਼ੂ ਆ ਉਹ ਉਠਾਇਆ ਤਾਂ ਉਹਨਾਂ ਕੋਲੇ ਦੱਸਣ ਲਈ ਇੱਕ ਵੀ ਨਹੀਂ ਸੀ। ਵੈਸੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ
ਕਿ ਉਹਨਾਂ ਨੇ ਗਲਫ ਸਟੇਟ ਤੇ ਹਿਊਮਨ ਰਾਈਟਸ ਦੇ ਜਿਹੜੇ ਇਸ਼ੂ ਹੈਗੇ ਆ ਉਠਾਏ ਆ, ਪਰ ਜਦੋਂ ਉਹਨੂੰ ਪੁੱਛਿਆ ਗਿਆ ਕਿ ਤੁਸੀਂ ਇਸ਼ੂਜ਼ ਉਠਾਏ ਆ ਕਾਫੀ ਜ਼ਿਆਦਾ, ਪਰ ਤੁਸੀਂ ਸਿਰਫ ਇੱਕ ਬਾਰੇ ਦੱਸ ਦਿਓ ਵੀ ਕਿਹੜਾ ਤੁਸੀਂ ਇਸ਼ੂ ਉਠਾਇਆ, ਪਰ ਉਹ ਦੱਸ ਨਹੀਂ ਪਾਏ। ਉਹ ਇਸ ਖਬਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਇਹ ਹੈਗੇ ਆ ਇੰਗਲੈਂਡ ਦੇ ਫੋਰਨ ਮਿਨਿਸਟਰ ਨੇ, ਉਹਨਾਂ ਨੇ ਮੀਡੀਆ ਨੂੰ ਆ ਕੇ ਕਹਿਤਾ ਕਿ ਮੀਟਿੰਗ ਕਰਕੇ ਆਏ ਆ ਗਲਫ ਕੰਟਰੀਜ਼ ਦੇ ਨਾਲ, ਜਿੱਥੇ ਕਿ ਪਹਿਲੀ ਗੱਲ ਉਹਨਾਂ ਨੇ ਕਿਹਾ ਕਿ ਕੁਛ ਅਥਾਰਟੇਰੀਅਨ ਕੰਟਰੀਜ਼ ਇਹ ਆਪਣੇ ਆਪ ਨੂੰ ਕੱਲੀ ਡੈਮੋਕ੍ਰੇਸੀ ਦੱਸਦੇ ਆ, ਦੂਜਿਆਂ ਨੂੰ ਅਥਾਰਟੇਰੀਅਨ ਕਹਿੰਦੇ ਆ। ਹਾਂ ਚਲੋ ਕੁਛ ਅਥਾਰਟੇਰੀਅਨ ਕੰਟਰੀਜ਼ ਹੈ ਵੀ ਨੇ ਜਿਨ੍ਹਾਂ ਦੇ ਨਾਲ ਮੀਟਿੰਗ ਕਰਕੇ ਆਏ ਆ, ਉਹ ਵੀ ਆ। ਹਾਂਜੀ, ਸਾਊਦੀ ਅਰੇਬੀਆ ਦੇ ਵਿੱਚ ਡੈਮੋਕ੍ਰੇਸੀ ਨਹੀਂ ਆ, ਕਟਰ ਦੇ ਵਿੱਚ ਡੈਮੋਕ੍ਰੇਸੀ ਨਹੀਂ ਆ, UAE ਦੇ ਵਿੱਚ ਡੈਮੋਕ੍ਰੇਸੀ ਨਹੀਂ ਆ। ਫਿਰ ਉਹਨਾਂ ਨੂੰ ਪੁੱਛਿਆ ਕਿ ਅਥਾਰਟੇਰੀਅਨ ਕੰਟਰੀਜ਼ ਹੈ ਕਿਹੜੀਆਂ, ਫਿਰ ਉਹ ਚੁੱਪ ਕਰ ਗਏ ਕਿਉਂਕਿ ਸਾਊਦੀ ਅਰੇਬੀਆ ਦੇ ਖਿਲਾਫ ਬੋਲਣਾ ਬੜਾ ਮੁਸ਼ਕਲ ਹੈ ਉਹਨਾਂ ਲਈ। ਹਾਂਜੀ, ਦੂਸਰੀ ਫਿਰ ਉਹਨਾਂ ਨੇ ਗੱਲ ਬਦਲ ਲਈ, ਕਹਿੰਦੀ ਕਿ ਮੈਂ ਹਿਊਮਨ ਰਾਈਟਸ ਦੀ ਗੱਲ ਕੀਤੀ, ਇਨਸਾਨੀ ਹੱਕਾਂ ਦੀ ਗੱਲ ਕੀਤੀ ਹੈ। ਤੇ ਪੱਤਰਕਾਰ ਸਾਡੇ ਮਤਲਬ ਪੰਜਾਬ ਵਾਲੇ ਨਹੀਂ ਹੋਣੇ ਜਿਹੜੇ ਇਸ਼ਤਿਹਾਰ ਢੀਕਦੇ ਹਨ। ਹਾਂਜੀ, ਤੇ ਉਹ ਕਹਿੰਦੇ ਕਿ ਕਿਹੜੀ ਇਸ਼ੂ ਉਠਾਈ ਹੈ ਹਿਊਮਨ ਰਾਈਟਸ ਦੀ, ਤੇ ਉਹ ਚੁੱਪ ਕਰ ਗਏ ਕਿਉਂਕਿ ਪਤਾ ਹੀ ਨਾ, ਤੂੰ ਚਲੋ ਝੂਠ ਹੀ ਬੋਲਦੇ ਕਹਦੇ ਵੀ ਚੱਲ ਮੈਂ ਬੋਲਣ ਦੀ ਆਜ਼ਾਦੀ ਤੇ ਕੀਤੀ ਸੀ, ਰਾਈਟ। ਹੁਣ ਇਹਨਾਂ ਨੂੰ ਕੀ ਪਤਾ, ਇਹ ਤੁਸੀਂ ਮੀਟਿੰਗ ਦੇ ਵਿੱਚ ਤਾਂ ਤੁਸੀਂ ਸੀ ਨਾ, ਮੀਟਿੰਗ ਤਾਂ ਪ੍ਰਾਈਵੇਟ ਸੀ। ਪਰ ਜੇ ਉਹ ਕਹਿੰਦੇ ਤਾਂ ਜਿਹੜੇ ਗਲਫ ਕੰਟਰੀਜ਼ ਦੇ ਉੱਥੇ ਨੁਮਾਇੰਦੇ ਬੈਠੇ ਆ, ਉਹਨਾਂ ਨੇ ਕਹਿ ਦੇਣਾ ਸੀ ਇਹਨਾਂ ਨੇ ਕੋਈ ਇਸ਼ੂ ਨਹੀਂ ਉਠਾਈ ਇੱਥੇ। ਹਾਂਜੀ, ਇਸ ਗੱਲ ਤੋਂ ਡਰ ਗਏ। ਫਿਰ ਐਕਚੁਅਲੀ ਉਹਨਾਂ ਨੇ ਕੋਈ ਇਸ਼ੂ ਨਹੀਂ ਉਠਾਈ। ਜਿੱਦਾਂ ਬਹੁਤੀ ਵਾਰ ਇੱਥੇ ਜਾਂਦੇ ਸਾਡੇ ਫੋਰਨ ਮਿਨਿਸਟਰ ਵੀ ਜਾਂਦੇ ਆ, ਇਹ ਕਹਿਣਗੇ ਕਿ ਅਸੀਂ ਹਿਊਮਨ ਰਾਈਟਸ ਦੀ ਇਸ਼ੂ ਉਠਾ ਲਈ ਆ, ਤੇ ਉਹ ਦੇਸ਼ ਜੇ ਪਹਿਲਾਂ ਏਜੰਡਾ ਐਕਚੁਅਲੀ ਐਗਰੀ ਕਰਦੇ ਆ, ਉਹ ਤੇ ਸਹਿਮਤੀ ਹੋਣੀ ਚਾਹੀਦੀ ਹੈ ਦੋਹਾਂ ਦੇਸ਼ਾਂ ਦੀ ਜਾਂ ਤਿੰਨਾਂ ਦੀ, ਜਿੰਨੇ ਦੇਸ਼ ਮਿਲਦੇ ਆ ਉਹਨਾਂ ਦਾ ਏਜੰਡਾ ਪਹਿਲਾਂ ਲਿਖਿਆ ਹੁੰਦਾ। ਉਹਦੇ ਵਿੱਚ ਜਿਨ੍ਹਾਂ ਨੇ ਹਿਊਮਨ ਰਾਈਟਸ ਦੀ ਐਕਚੁਅਲੀ ਵਾਇਲੇਸ਼ਨ ਕੀਤੀ ਹੁੰਦੀ ਜਾਂ ਕਰਨੀ ਹੁੰਦੀ ਆ, ਉਹ ਇਸ ਆਈਟਮ ਨੂੰ ਏਜੰਡੇ ਤੇ ਨਹੀਂ ਆਉਣ ਦਿੰਦੇ, ਤੇ ਫਿਰ ਇਹ ਮਿਲਦੇ ਆ ਕਿਉਂਕਿ ਇਹਨਾਂ ਨੇ ਟ੍ਰੇਡ ਵੀ ਕਰਨਾ। ਹਾਂਜੀ ਹਾਂਜੀ, ਟ੍ਰੇਡ ਜਾਂਦਾ ਲੱਗਣਾ ਜੇ ਹਿਊਮਨ ਰਾਈਟਸ ਦੀ ਗੱਲ ਕਰਦੇ ਆ। ਹਾਂਜੀ ਡਾਕਟਰ ਸਾਹਿਬ, ਵੈਸੇ ਵੀ ਜਦੋਂ ਉਹਨਾਂ ਤੋਂ ਪੁੱਛੇ ਜਾ ਰਹੇ ਸੀਗੇ ਸਵਾਲ, ਪੱਤਰਕਾਰਾਂ ਨੇ ਪੁੱਛੇ ਸੀ, ਤਾਂ ਉਹਨਾਂ ਨੇ ਕਿਹਾ ਕਿ ਸਰਟਨਲੀ ਕਿ ਮੈਂ ਮੁੱਦੇ ਉਠਾਏ ਆ ਹਿਊਮਨ ਰਾਈਟਸ ਤੇ, ਪਰ ਇਸ ਵਕਤ ਮੈਂ ਤੁਹਾਨੂੰ ਨਹੀਂ ਦੱਸ ਸਕਦੀ ਹੈਗੀ। ਕਹਿੰਦੇ ਕਿ ਮੈਂ ਤੁਹਾਨੂੰ ਰਿਟਨ ਦੇ ਵਿੱਚ ਭੇਜੂੰਗੀ ਵਿਦ ਡੇਟ ਐਂਡ ਡੀਟੇਲਸ, ਆ ਦੋਨੋਂ ਚੀਜ਼ਾਂ। ਉਹ ਕਹਿੰਦੇ ਚਲੋ ਠੀਕ ਆ ਵੀ ਡੇਟ ਐਂਡ ਡੀਟੇਲਸ ਦੇ ਵਿੱਚ ਸਾਨੂੰ ਸੈਂਡ ਕਰ ਦੋਗੇ, ਬਟ ਕਿਸੇ ਇੱਕ ਦਾ ਨਾਂ ਤਾਂ ਲੈ ਦਿਓ, ਇੱਕ ਜਿਹੜਾ ਤੁਸੀਂ ਮੁੱਦਾ ਉਠਾਇਆ, ਇੱਕ ਜਿਹੜੇ ਤੁਸੀਂ ਇਸ਼ੂ ਦੀ ਗੱਲ ਕੀਤੀ ਹੈ ਉਹਦਾ ਤੁਸੀਂ ਨਾਂ ਤਾਂ ਲੈ ਦਿਓ। ਫਿਰ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਪ੍ਰਾਈਵੇਟ ਕਨਵਰਸੇਸ਼ਨਸ ਸੀ, ਇਹਨਾਂ ਨੂੰ ਮੈਂ ਤੁਹਾਨੂੰ ਹੁਣ ਨਹੀਂ ਦੱਸ ਸਕਦੀ। ਜੇ ਉਸ ਪ੍ਰਾਈਵੇਟ ਕਨਵਰਸੇਸ਼ਨ ਦੀ ਇੱਕ ਡੇਟ ਤੇ ਡੀਟੇਲ ਭੇਜ ਸਕਦੇ ਆ, ਹਾਂਜੀ, ਤਾਂ ਦੱਸ ਨਹੀਂ ਸਕਦਾ ਕੋਈ? ਆਹੀ ਸਵਾਲ ਉੱਥੇ ਫਿਰ ਗਾਹਾਂ ਪੱਤਰਕਾਰਾਂ ਨੇ ਕੀਤਾ ਵੀ ਜੇ ਇਹ ਪ੍ਰਾਈਵੇਟ ਕਨਵਰਸੇਸ਼ਨ ਆ, ਵੀ ਹੁਣ ਇੱਕ ਪਾਸੇ ਤਾਂ ਤੁਸੀਂ ਕਿਹਾ ਕਿ ਮੈਂ ਹਿਊਮਨ ਰਾਈਟਸ ਦੇ ਇਸ਼ੂ ਉਠਾਏ ਆ, ਦੂਜੇ ਪਾਸੇ ਤੁਹਾਨੂੰ ਕੁਝ ਯਾਦ ਨਹੀਂ ਹੈਗਾ ਵੀ ਕਿਹੜਾ ਇਸ਼ੂ ਤੇ ਤੁਸੀਂ ਗੱਲਬਾਤ ਕੀਤੀ ਆ। ਹੁਣ ਤੀਜੇ ਨੰਬਰ ਤੇ ਤੁਸੀਂ ਕਹਿੰਦੇ ਹੋ ਕਿ ਸਰਟਨਲੀ ਮੈਂ ਤੁਹਾਨੂੰ ਇਹਦੀ ਡੇਟ ਐਂਡ ਡਿਟੇਲ ਸੈਂਡ ਕਰੂੰਗੀ, ਤੇ ਉਹ ਤੋਂ ਬਾਅਦ ਤੁਸੀਂ ਨਾਲ ਹੀ ਕਹੀ ਜਾਂਦੇ ਹੋ ਵੀ ਇਹ ਪ੍ਰਾਈਵੇਟ ਕਨਵਰਸੇਸ਼ਨ ਸੀ। ਕੰਟਰਾਡਿਕਟ ਕਰਦੀਆਂ ਤੁਹਾਡੀਆਂ ਤਾਂ ਦੋਨੋਂ ਸਟੇਟਮੈਂਟਸ। ਦੇਖੋ, ਨੰਬਰ 1 ਜਿਹੜੀ ਇਸ਼ੂ ਸਾਰੇ ਦੇਸ਼ਾਂ ਲਈ ਹੈ ਉਹ ਹੈਗੀ ਆ ਇਕਨੋਮੀ, ਟ੍ਰੇਡ। ਇਸ ਵੇਲੇ ਜੇ ਟ੍ਰੇਡ ਦੇ ਇਹਨਾਂ ਦੇ ਨਾਲ ਗਲਫ ਕੰਟਰੀਜ਼ ਦੇ ਨਾਲ ਹੈਗਾ, ਬਹੁਤ ਵੱਡਾ ਟ੍ਰੇਡ ਆ ਇੰਗਲੈਂਡ ਵਾਲਿਆਂ ਦਾ, ਇਹ ਸੈਕਰੀਫਾਈਸ ਨਹੀਂ ਕਰ ਸਕਦੇ ਕਿ ਅਸੀਂ ਹਿਊਮਨ ਰਾਈਟਸ ਦੀ ਗੱਲ ਕਰੀਏ। ਹਾਂਜੀ, ਕੈਨੇਡਾ ਵਾਲੇ ਹਿਊਮਨ ਰਾਈਟਸ ਦਾ ਰੌਲਾ ਪਾਉਂਦੇ ਨੇ। ਹਾਂਜੀ, ਇਹਨਾਂ ਨੇ ਸਾਊਦੀ ਅਰੇਬੀਆ ਨੂੰ $15 ਬਿਲੀਅਨ ਦੇ ਹਥਿਆਰ ਵੇਚੇ। ਉਹਨਾਂ ਨੇ ਯੈਮਨ ਤੇ ਹਮਲਾ ਕੀਤਾ। ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਗਰੁੱਪਸ ਕਹਿੰਦੇ ਕਿ ਤੁਸੀਂ ਇਹਨਾਂ ਨੂੰ ਹਥਿਆਰ ਦਿੰਦੇ ਆ, ਜਿਹੜੀਆਂ ਬਖਤਰਬੰਦ ਗੱਡੀਆਂ ਤੁਸੀਂ ਇਹਨਾਂ ਨੂੰ ਦਿੱਤੀਆਂ ਉਹ ਯੂਜ਼ ਕਰ ਰਹੇ ਯਮਨੀ ਲੋਕਾਂ ਨੂੰ ਮਾਰਨ ਲਈ, ਤੇ ਉਹ ਹਿਊਮਨ ਰਾਈਟਸ ਕਿੱਥੇ ਗਏ ਤੁਹਾਡੇ? ਵੈਸੇ ਵੀ ਡਾਕਟਰ ਸਾਹਿਬ, ਸਾਊਦੀ ਅਰੇਬੀਆ ਨੇ ਇੱਕ ਦਿਨ ਦੇ ਵਿੱਚ 81 ਲੋਕਾਂ ਨੂੰ ਐਕਸੀਕਿਊਟ ਕੀਤਾ। ਉਹ ਕਰਦੇ ਆ ਔਰ ਉਹਨਾਂ ਦਾ ਪ੍ਰਭਾਵ ਆ ਕਿਉਂਕਿ ਇਕਨੋਮਿਕ ਪਾਵਰ ਹੈ। ਇਹਨਾਂ ਨੂੰ ਟ੍ਰੇਡ ਦੀ ਲੋੜ ਆ, ਇਹਨਾਂ ਨੂੰ ਆਇਲ ਦੀ ਲੋੜ ਆ, ਇਹਨਾਂ ਨੂੰ ਆਪਣੀਆਂ ਇਨਵੈਸਟਮੈਂਟ ਦੀ ਲੋੜ ਆ, ਉਹਨਾਂ ਦੀਆਂ ਇਨਵੈਸਟਮੈਂਟ ਦੀ ਲੋੜ ਆ। ਇੰਗਲੈਂਡ ਦੇ ਵਿੱਚ ਬਹੁਤ ਇਨਵੈਸਟਮੈਂਟ ਆ ਜੀ, ਖਾਸ ਤੌਰ ਤੇ ਸਾਊਦੀ ਅਰੇਬੀਆ ਵਾਲਿਆਂ ਦੀ। ਤਾਂ ਉਹਨਾਂ ਦੇ
ਅੱਗੇ ਜਾਂ ਪਿੱਛੇ ਕਦੇ ਵੀ ਹਿਊਮਨ ਰਾਈਟਸ ਦੀ ਗੱਲ ਨਹੀਂ ਕਰ ਸਕਦੇ। ਹਾਂਜੀ, ਤੇ ਇਹਨਾਂ ਨੇ ਵੈਸੇ ਇਹ ਆਪਣੇ ਮੀਡੀਆ ਨੂੰ ਖੁਸ਼ ਕਰਨ ਲਈ ਹੈ ਬਸ। ਇੱਥੇ ਆਪਣੇ ਤਾਂ ਵੈਸੇ ਡਾਕਟਰ ਸਾਹਿਬ ਹਿਊਮਨ ਰਾਈਟਸ ਦੀਆਂ ਗੱਲਾਂ ਤਾਂ ਬਹੁਤ ਕਰਦੇ ਆ, ਪਰ ਜਿੱਥੇ ਜਾ ਕੇ ਅਮਲ ਕਰਨਾ ਹੁੰਦਾ ਉੱਥੇ ਤਾਂ ਇੱਥੇ ਵੀ ਚੁੱਪ ਕਰ ਜਾਂਦੇ ਆ। ਵੈਸੇ ਨਹੀਂ, ਉਹ ਇਸ਼ੂ ਤਾਂ ਇਹ ਆ ਨਾ, ਹਿਊਮਨ ਰਾਈਟਸ ਠੀਕ ਹੈ ਤੁਸੀਂ ਕਹੀ ਜਾਂਦੇ ਆ, US ਵਾਲੇ ਆ, ਇਹ ਬੜੀ ਲੰਬੀ ਚੌੜੀ ਇੱਕ ਲਿਸਟ ਛਾਪਦੇ ਹਰੇਕ ਸਾਲ ਦੇ ਵਿੱਚ। ਕਾਂਗਰਸ ਵੱਲੋਂ ਇਹ ਮੈਂਡੇਟਡ ਆ, ਹਰੇਕ ਸਾਲ ਉਹ ਹਰ ਇੱਕ ਦੇਸ਼ ਦੀ ਹਿਊਮਨ ਰਾਈਟਸ ਦੀ ਇਸ਼ੂ ਛਾਪਦੇ। ਤੇ ਉਹ ਤੋਂ ਬਾਅਦ ਉਹਨਾਂ ਨੂੰ ਪੁੱਛ ਕੇ ਦੇਖ ਲਓ ਕਿ ਇਹ ਤੁਸੀਂ ਇਹਨਾਂ ਟ੍ਰੇਡ ਬੰਦ ਕਰਤਾ ਹੁਣ, ਤਾਂ ਉਹ ਕਦੇ ਨਹੀਂ ਸਵਾਲ, ਉਹਦਾ ਜਵਾਬ ਕੋਈ ਨਹੀਂ ਹੁੰਦਾ, ਕਿਉਂਕਿ ਟ੍ਰੇਡ ਥੋੜਾ ਬੰਦ ਕਰ ਸਕਦੇ ਉਹਨਾਂ ਦੇ ਨਾਲ। ਹਾਂਜੀ, ਉਹਦੇ ਨਾਲ ਤਾਂ ਇਹਨਾਂ ਨੂੰ ਫਾਇਦਾ ਹੁੰਦਾ। ਅੱਜ ਤਾਂ ਹੁਣ ਸੈਂਕਸ਼ਨ ਲਾਏ ਆ। ਹਾਂਜੀ, ਹਰ ਰੋਜ਼ ਜਿਹੜੀਆਂ ਪੱਤਰਕਾਰ ਕੱਢੀ ਜਾਂਦੇ ਆ ਵੀ ਇਹਨਾਂ ਦੇ ਰਸ਼ੀਆ ਦਾ ਇਹ ਆਇਲ ਆ ਰਿਹਾ, ਇਹਨਾਂ ਦੇ ਰਸ਼ੀਆ ਦੇ ਆ ਰਿਹਾ, ਉਹ ਆ ਰਿਹਾ। ਇਹ ਕਹਿਣ ਸੰਤ ਪਤਾ ਹੀ ਨਹੀਂ ਸੀ ਕੁਛ। ਹਾਂਜੀ, ਇਹਨਾਂ ਨੂੰ ਪਤਾ ਨਹੀਂ ਹੈ, ਇੱਕ ਪੱਤਰਕਾਰ ਨੂੰ ਪਤਾ ਹੈ। ਹਾਂਜੀ, ਇਹ ਕੋਈ ਬੰਦਾ ਯਕੀਨ ਕਰਨ ਵਾਲਾ ਹੈਗਾ? ਕੋਈ ਸੋਚ ਸਕਦਾ ਕਿ ਐਡੀ ਵੱਡੀ ਸਰਕਾਰ ਜਿਹੜੀ ਕਿ ਦੁਨੀਆ ਦੇ ਵੱਖ-ਵੱਖ ਏਰੀਏ ਦੇ ਵਿੱਚ ਜਿਨ੍ਹਾਂ ਦੀਆਂ ਸੈਟੇਲਾਈਟਸ ਇਹ ਦੱਸ ਦਿੰਦੀਆਂ ਕਿ ਫਲਾਨਾ ਬੰਦਾ ਫਲਾਨੀ ਕਾਰ 'ਚ ਬੈਠਾ ਆ। ਹਾਂਜੀ, ਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਆਇਲ ਕਿੱਥੋਂ ਆ ਰਿਹਾ। ਜੀ, ਇਹ ਬੜੀ ਹੈਰਾਨੀ ਦੀ ਗੱਲ ਹੈ। ਇਹ ਸਾਰੇ ਪੱਤਰਕਾਰ ਇਹਨਾਂ ਨੂੰ ਇਨਵੈਸਟੀਗੇਸ਼ਨ ਕਰਕੇ ਦੱਸਦੇ ਆ, ਪੱਤਰਕਾਰ ਲੈ ਕੇ ਆਉਂਦੇ ਇਸ਼ੂ ਕੱਢ ਕੇ ਇਹਨਾਂ ਦੇ ਸਾਹਮਣੇ। ਇਹਨਾਂ ਨੂੰ ਇੰਟੈਲੀਜੈਂਸ ਏਜੰਸੀਜ਼ ਖਤਮ ਕਰਨੀਆਂ ਚਾਹੀਦੀਆਂ, ਪੱਤਰਕਾਰ ਹੀ ਭਰਤੀ ਕਰ ਲੈਣ 10। ਹਾਂਜੀ, ਉਹ ਸਸਤੇ ਪੈਣੇ ਇਹਨਾਂ ਨੂੰ। ਜੀ, ਜੇ ਇੰਟੈਲੀਜੈਂਸ ਹੀ ਉਹ ਕਰਦੇ ਆ ਤੇ ਉਹਨਾਂ ਨੂੰ ਭਰਤੀ ਕਰ ਲੈਣ। ਜਿਹੜਾ $65,000 ਮਿਲੀਅਨ ਖਰਚਦੇ ਆ, 65,000 ਮਿਲੀਅਨ ਵੀ ਤਾਂ ਜਿਹੜਾ ਲੋਕਾਂ ਨੂੰ ਦੱਸਦੇ ਆ। ਬਾਕੀ ਜਿਹੜੇ ਡਿਪਾਰਟਮੈਂਟਸ ਨੂੰ ਯੂਜ਼ ਕਰਦੇ ਆ ਇੰਟੈਲੀਜੈਂਸ ਗੈਦਰਿੰਗ ਲਈ, ਕਾਰਪੋਰੇਸ਼ਨਸ ਨੂੰ ਯੂਜ਼ ਕਰਦੇ ਆ, ਚੈਰਿਟੀਜ਼ ਨੂੰ ਯੂਜ਼ ਕਰਦੇ ਆ, ਉਹ ਵੱਖਰੀਆਂ ਗੱਲਾਂ। ਬਹੁਤ ਚੈਰਿਟੀਜ਼ ਜਿਹੜੀਆਂ ਇੱਥੋਂ ਜਾਂਦੀਆਂ ਨਾ, ਜਿਹੜੀਆਂ ਕਹਿੰਦੀਆਂ ਕਿ ਅਸੀਂ ਇਨਸਾਨੀਅਤ ਦੇ ਭਲੇ ਲਈ ਕੰਮ ਕਰਦੀਆਂ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਇੰਟੈਲੀਜੈਂਸ ਬੰਦੇ ਆਫੀਸਰ ਹੁੰਦੇ ਚੈਰਿਟੀਜ਼ ਦੇ ਵਿੱਚ। ਉਹ ਵੱਖ-ਵੱਖ ਥਾਂ ਤੇ ਜਾ ਕੇ ਇਹਨਾਂ ਲਈ ਇੰਟੈਲੀਜੈਂਸ ਇਕੱਠੀਆਂ ਕਰਦੇ। ਤਾਂ ਹੀ ਇੰਡੀਆ ਵਾਲਿਆਂ ਨੇ ਬਹੁਤ ਕਈ ਇੰਟੈਲੀਜੈਂਸ ਏਜੰਸੀਜ਼ ਜਿਹੜੀਆਂ ਬੰਦ ਕੀਤੀਆਂ, ਉੱਥੇ ਚੈਰਿਟੀਜ਼ ਬੰਦ ਕਰਕੇ। ਚੈਰਿਟੀਜ਼ ਲੋਕੀ ਤਾਂ ਰੌਲਾ ਤਾਂ ਪਾਉਂਦੇ ਹੀ ਆ, ਉੱਥੇ ਵੀ ਹਿਊਮਨ ਰਾਈਟਸ ਵਾਲੇ ਇਦਾਂ ਕਹਿੰਦੇ ਆ ਕਿ ਇਹਨਾਂ ਨੇ ਜੀ ਸਾਡਾ ਬੰਦ ਕਰ, ਚੈਰਿਟੀ ਬੰਦ ਕਰਤੀ, ਇਹਨਾਂ ਨੇ ਚੈਰਿਟੀਜ਼ ਦੀ ਫੰਡਿੰਗ ਆਉਣੀ ਬੰਦ ਕਰਤੀ। ਹਾਂਜੀ, ਉਹ ਕਹਿੰਦੇ ਕਿ ਅਸੀਂ ਉਹਨਾਂ ਦੀ ਬੰਦ ਕੀਤੀ ਆ ਕਿ ਜਿਹੜੇ ਇੰਟੈਲੀਜੈਂਸ ਗੈਦਰਿੰਗ ਦੇ ਵਿੱਚ ਆਏ। ਅੱਛਾ, ਫਿਰ ਇੱਕ ਹੋਰ ਵੀ ਗੱਲ ਹੈ ਨਾਲ, ਇੰਟੈਲੀਜੈਂਸ ਗੈਦਰਿੰਗ ਇਹ ਨਹੀਂ ਇਕੱਲੀ, ਇਹ ਰਾਈਟਸ ਕਰਾਉਂਦੇ ਆ, ਇਹ ਜਾ ਕੇ ਕੰਮ ਕਰਦੇ ਆ। ਜੇ ਕੋਈ ਇੱਕ ਜਗ੍ਹਾ ਤੇ ਫਾਰ ਐਗਜ਼ਾਮਪਲ ਕੋਈ ਗਰੁੱਪ ਹੈ ਲੜਨ ਲਈ ਤਿਆਰ ਆ ਹਿੰਦੁਸਤਾਨੀ ਸਰਕਾਰ ਦੇ ਨਾਲ, ਉਹਨੂੰ ਹੱਲਾਸ਼ੇਰੀ ਦੇਣਗੇ, ਉਹਨੂੰ ਪੈਸੇ ਦਿੰਦੇ ਆ, ਉਹਦੀ ਫਿਰ ਜੇ ਇਸ ਹੱਦ ਤੱਕ ਵੀ ਹੋਏ ਉਹਦਾ ਪ੍ਰੋਪੇਗੈਂਡਾ ਬਾਹਰ ਕਰਦੇ ਆ। ਤਾਂ ਵੈਸੇ ਹੀ ਇਹਨਾਂ ਨੇ ਲੋਕਾਂ ਨੂੰ ਕਹਿਣਾ ਕਿ ਚੈਰਿਟੀ ਕਰਦੇ ਹਾਂ ਅਸੀਂ ਉੱਥੇ ਬੈਠੇ, ਅਸੀਂ ਇੱਥੇ ਕ੍ਰਿਸਚੀਅਨਿਟੀ ਫੈਲਾਉਂਦੇ ਹਾਂ, ਅਸੀਂ ਇੱਥੇ ਲੋਕਾਂ ਨੂੰ ਬਲੱਡ ਦਾਨ ਦਿੰਦੇ ਹਾਂ, ਅਸੀਂ ਇੱਥੇ ਲੋਕਾਂ ਲਈ ਫੂਡ ਸਪਲਾਈ ਕਰਦੇ ਹਾਂ। ਉਹਦੇ ਪਿੱਛੇ ਐਕਚੁਅਲੀ ਵੱਡੀਆਂ ਪਾਵਰਸ ਦੀ ਇੰਟੈਲੀਜੈਂਸ ਆ ਤੇ ਵੱਡੀਆਂ ਪਾਵਰਸ ਦੀ ਫੋਰਨ ਪਾਲਿਸੀ ਲੁਕੀ ਹੈ। ਜੀ, ਤੇ ਹੁਣ ਸਮਾਂ ਆ ਅੱਜ ਦਾ ਵਿਚਾਰ। ਹਾਂਜੀ ਡਾਕਟਰ ਸਾਹਿਬ, ਅੱਜ ਦਾ ਵਿਚਾਰ ਹੈ ਜੀ, ਜੇ ਦਰਖਤਾਂ ਨੂੰ ਪੈਸੇ ਲੱਗਦੇ ਹੁੰਦੇ ਤਾਂ ਲੋਕਾਂ ਨੇ ਬਾਂਦਰਾਂ ਨਾਲ ਵਿਆਹ ਕਰਵਾਉਣੇ ਸੀ। ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਸਟੂਡੀਓ ਦਾ ਨੰਬਰ ਹੈ 6045929191 604-592-9191। ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਮੈਸੇਜ ਕਰਕੇ ਵੀ ਦੱਸ ਸਕਦੇ ਹੋ। ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਸਾਨੂੰ ਤੁਸੀਂ ਫੋਲੋ ਕਰੋ ਡੇਲੀ ਨਿਊਜ਼ ਅਪਡੇਟ ਦੇ ਲਈ। ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਹੈ ਰੇਡੀਓ ਇੰਡੀਆ 1110 ਦੇ ਨਾਂ ਹੇਠ। ਮੈਨੂੰ ਇੱਥੇ ਹੀ ਦਿਓ ਇਜਾਜ਼ਤ। ਪ੍ਰੋਗਰਾਮ ਦੇ ਵਿੱਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।